ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਹਿਰਾਸ ਸਾਹਿਬ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ RAM ਰਾਜੇ। ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾ ਪਿੱਠ ਦੇ, ਨਾਮ ਦੇਵ ਮੁਖ ਲਾਇਆ। ਜਨ ਨਾਨਕ ਵੈਸਾ ਹਰ ਸੇਵੇ, ਅੰਤ ਲਏ ਛਡਾਇਆ। ਏਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹਿਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੂ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ। ਲਖਿਆ ਰਹਾਓ ਜਾਤ ਮੈਂ ਜੋ, ਜੋਤ ਮੈਂ ਜਾਤਾ। ਕਲਕਲਾ ਭਰਪੂਰ ਰਹਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰਿਆ। ਸੋ ਦਰਾ ਗਿਆਸਾ ਮਹਿਲਾ ਪਹਿਲਾ। ਏਕ ਓੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕੇਹਾ, ਸੋ ਕਰ ਕੇਹਾ। ਜਿਤ ਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸੋ ਕਹੀਐ। ਕੇਤੇ ਤੇਰੇ ਗਾਵਣ ਹਾਰੇ, ਗਾਵਨ ਤੁਧਨੋ ਪਾਵਨ ਪਾਣੀ ਬੈ ਸੰਤਰ। ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਚਿਤ ਗੁਪਤ। ਲਿਖ ਜਾਣਨ ਲਿਖ ਲੈ ਧਰਮ ਵਿਚਾਰੇ। ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ, ਸੋਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤੀ ਆਦਰ ਨਾਲੇ। ਗਾਵਨ ਤੁਧਨੋ ਸਿਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਤ ਪੜਨ ਰਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਣਿਆ ਮਨ ਮੋਹਨ, ਸੁਰਗ ਮਚ ਪਿਆਲੇ। ਗਾਵਨ ਤੁਧਨੋ ਰਤਨ ਉਪਾਏ, ਤੇਰੇ 68 ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਾਂ ਬਲਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰਖੇ ਤੇਰੇ ਤਾਰੇ। ਸੇਈ ਤੁਧਨੋ ਗਾਵਨ, ਜੋ ਤੁਧ ਭਾਵਨ ਰਤੇ। ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤਨਾ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ। ਸਾਚਾ ਸਾਚੀ ਨਾਈ, ਹੈ ਪੀ ਓਸੀ ਜਾਇ ਨਾ ਜਾਸੀ। ਰਚਨਾ ਜਿੰਦ ਰਚਾਈ, ਰੰਗੀ ਰੰਗੀ ਭਾਂਤੀ। ਕਰ ਕਰ ਜਿਨਸੀ ਮਾਇਆ ਜਿਨੁ ਪਾਈ। ਕਰ ਕਰ ਦੇਖੈ ਕੀਤਾ ਆਪਣਾ, ਜੋ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਨ ਜਾਈ। ਆਸਾ ਮਹਿਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ, ਕੇਵਡ ਵੱਡਾ ਡਿਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ, ਕੇਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾ ਕੀਆਂ ਵਡਿਆਈਆਂ। ਤੁਧ ਬਿਨ ਸਿਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਸਾ ਮਹਿਲਾ ਪਹਿਲਾ।
ਆਖਾ ਜੀਵਾ ਵਿਸਰੈ ਮਰ ਜਾਓ, ਆਖਣੋ ਕਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖਾਏ ਖਾਏ ਚਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਹੱਥ ਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨੌਵੈ ਘਾਟ ਨਾ ਜਾਏ। ਨਾ ਹੋ ਮਰੈ ਨਾ ਹੋਵੈ ਸੋਗ, ਦਿੰਦਾ ਰਹਿ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਕਾਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਸਨਾਤ। ਰਾਗ ਗੁਜਰੀ ਮਹਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਅਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਅਰਸ ਨਾਮ ਨਾ ਪਾਇਆ, ਤੇ ਪਾਗੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਅਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹਲਾ ਪੰਜਵਾ। ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਉ ਭਰਿਆ। ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾਰਜ ਕਾਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੋਕੇ ਕਾਸ਼ਟ ਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਣਤਾ, ਕੋਈ ਨਾ ਕਿਸ ਕੀ ਧਰਿਆ। ਸ਼ੇਰ ਸ਼ੇਰ ਰਜਕ ਸੰਭਾਏ, ਠਾਕੁਰ ਕਾਹੇ ਮਨ ਪੋ ਕਰਿਆ। ਊਡੇ ਉਡਾਵੈ ਸੈ ਕੋਸਾ, ਤਿਸ ਪਾਚੈ ਬਚਰੇ ਚਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਿਲਾ ਚੌਥਾ। ਸੋ ਪੁਰਖ ਏਕੋ ਓੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਅਰਗਮਾ ਗਮਿ ਅਪਾਰਾ, ਸਭ ਤੇ ਆਵੈ ਸਭ ਤੇ ਆਵੈ। ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰਿ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਨ ਹਾਰਾ। ਹਰਿ ਆਪੇ ਠਾਕੁਰ ਰਾਪੇ, ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਕਾਟ ਕਾਟ ਅੰਤਰ, ਸਰਮ ਨਿਰੰਤਰ ਜੀ। ਹਰਿ ਕੋ ਪੁਰਖ ਸਮਾਣਾ, ਇਕ ਦਾਤ ਏਕ ਪੈਕਾਰੀ ਜੀ। ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀਉ, ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣਾ ਕੋ ਵਖਾਣਾ। ਜੋ ਸੇਵੈ ਤੁਜੀ, ਜਰ ਨਾਨਕ ਤਿਨ ਕੁਰਬਾਨਾ। ਹਰਿ ਧਿਆਵੈ ਤੁਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਾਏ, ਜਿਨ ਹਰਿ ਧਿਆਇਆ ਜੀ। ਤਿਨ ਟੂਟੀ ਜਮ ਕੀ ਫਾਸੀ। ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰਿ ਜੀ, ਤੇ ਹਰਿ ਹਰਿ ਰੂਪ ਸਮਾਸੀ। ਸੇ ਤਨ ਜਿਨ ਹਰਿ ਧਿਆਇਆ ਜੀ, ਜਰ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਪੰਡਾਰ ਜੀ, ਭਰੇ ਬੇਅੰਤ ਬੇਅੰਤਾ।
ਤੇਰੇ ਭਗਤ ਸਾਲਾਨ ਤੁਜੀ ਅਰਨਿਕ ਅਨੇਕ ਅਨੰਤਾ। ਤੇਰੀ ਅਨਕ ਕਰੈ ਅਰ ਪੂਜਾ ਜੀ ਤਬ ਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪੜੈ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਰ ਨਾਨਕ ਜੀ ਜੋ ਪਾਵੈ ਮੇਰੇ ਅਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੂਜੇ ਵਡਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ। ਤੁਧ ਆਪੇ ਸਿਰਡ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ। ਆਸਾ ਮਹਿਲਾ ਚੌਥਾ। ਤੂੰ ਕਰਤਾ ਸਚਿਆਰ ਮਹਿੰਡਾ ਸਾਈ ਜੋ ਤੋ ਭਾਵੈ ਸੋਈ ਤਿਸੀ ਜੋ ਤੂੰ ਦੇ ਸੋਈਓ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਗਵਾਇਆ ਤੁਧੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਜੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾਏ ਸੋਈ ਜਨ ਜਾਣੈ ਅਰ ਗੁਣ ਸਦੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਿਲਾ ਪਹਿਲਾ। ਤੇਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ। ਪੰਕਜ ਮੋਹ ਪਗ ਨਹੀਂ ਚਾਲੈ ਅਮਦੇ ਕਾ ਤੈ ਡੂਬੀਅਲੇ। ਮਾਨ ਏਕ ਨਾ ਚੇਤਸ ਮੂੜ ਮਨਾਰ ਬਿਸਰ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੋ ਨਾਹੀ ਵਿਸਰਿਆ। ਆਸਾ ਮਹਿਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇ ਹੁਰਿਆ ਗੋਬਿੰਦ ਮਿਲਣ ਕੀਏ ਤੇਰੀ ਬਰਿਆ। ਅਵਰ ਕਾਜ ਤੇਰੇ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਭੋ ਜਲ ਤਰਨ ਕੈ ਜਨਮ ਬਿਰਤਾ ਜਾਤ ਰੰਗ ਮਾਇਆ ਕੈ ਰਹਾਉ। ਜਾਪੋ ਤਾਪੋ ਸੰਜਮ ਧਰਮ ਨਾ ਕਮਾਇਆ। ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਯਮ ਨੀਚ ਕਰਮਾ। ਸਰਨ ਪਰੇ ਕੀ ਰਾਖੋ ਸਰਮਾ। ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ। ਪੁਨ ਰਾਚਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ। ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਬਧਾਈ ਦਈ। ਤਨ ਤਨ ਲੋਗਨ ਕੇ ਰਾਜਾ ਦੁਸ਼ਟ ਦਾ ਗਰੀਬ ਨਿਵਾਜਾ। ਅਖਲ ਭਵਨ ਕੇ ਸਿਰਜਨਹਾਰੇ ਦਾਸ ਜਾਨ ਮੋਹਿ ਲਿਹੋ ਬਾਰੇ। ਕਬਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਆਤ ਦੈ ਰੱਛਾ। ਪੂਰਨ ਹੋਏ ਚਿਤ ਕੀ ਇੱਛਾ ਤਾਵ ਚਰਨਨ ਮਨ ਰਹਿ ਅਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੂਟ ਸਭੈ ਤੁਮ ਕਾਵੋ। ਆਪੋ ਹਾਥ ਦੈ ਮੋਹਿ ਬਚਾਓ। ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ। ਮੋਹ ਰਚਾ ਨਿਜ ਕਰਦੈ ਕਰੀਐ ਸਭ ਬੈਰਣ ਕੋ ਆਸੰਗਰੀਐ। ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਛਾੜ ਕੋਈ ਅਵਰ ਨਾ ਤੇ ਆਹੂੰ ਜੋ ਬਰ ਚਾਹੂੰ ਸੋ ਤੁਮ ਤੇ ਪਾऊँ। ਸੇਵਕ ਸਿਖ ਹਮਾਰੇ ਧਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਝੈ ਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ।
ऊजो सदा मारे पचा, श्री अस्तु जो करियो रक्षा। राख लोए मोह राख नारे, साहिब संसाहे प्यारे। दीन बंधु दुष्टन के हंता, तुमो पुरी चतुर्दश कंता। काल पाए ब्रह्मा अवतरा, काल पाए शिवजू अवतरा। काल पाए कर बिसन प्रगासा, सगल काल का किया तमाशा। जवन काल जोगी शिव कीयो, वेद राज ब्रह्मा ज्योतियो। जवन काल सब लोग सवारा, नमस्कार है ताई हमारा। जवन काल सब जगत बनायो, देव दै जचन उपजायो। आदंत एक अवतारा, सोई गुरु समझो हमारा। नमस्कार तिसी को हमारी, सगल प्रजा जिन आप सवारी। सेवकन को शिवगन सुख दियो, सतरन को पलमो बद कियो। काट काट के अंतर की जानत, भले बुरे की पीर पछानत। चीटी ते कुंचर अस्तुला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछान, काट काट के पट पट की जान। जाबुत करक करा करतारा, प्रजा तरतु तब दे अपारा। जब या करक कर तो कबूँ, तुम मैं मिलत देतर सबूँ। जे ते बदन सृढ़ सब तारे, आप अपनी बोझ उचार। तुम सभी ते रहत निरालम, जानत भेद भेद आलम। निरंकार निर्भकार निर्लंबो, आद नील नादे असंभ। ताका मूढ़ उचारत भेदा, जाको पेव ना पावत भेदा। ताको कर पाननु मानत, महामूढ़ कछ भेद ना जानत। महादेव को कै सदा सेव, निरंकार का चिन्हत न पेव। आप अपने बोध जेती, वर्णत पिन पिन तोय तेती। तुमरा लखा न जाय पसारा, के बिसजा प्रथम संसारा। एक रूपे अनूप स्वरूपा, रंग प्यो राव कई पूपा। अंडज जे रज से तज कीनी, उत्पुज खान बोह रच दीनी। काव फूल राजा है बैठा, कौ सिमड़ पो शंकरी कैठा। सगरी सेठ दिखाय चंपो, आजुगा स्वरूप स्वंपो। अब रचा मेरी तुम करो, से को बारे असेक संगरो। दोष जिते उठवत उत्पाता, सगल मलेच करो रण खाता। जे अस्तु तव सरणी परे, तिनके दुष्ट दुख तव मरे। पूरख जवन पग परे तिहारे, तिनके तुम संकट सब टारे। जो कल को एक बार ते आए हैं, ताके का निकट न है। रचा होए ताई सब काला, दोष टरै तत्काला। कृपा धृतन जाने हरो, ताके तातनक मैं हर हो। रेद सिद्ध कर्मो सब होई, दौड़ चाच वै सकै ना कोई। एक बार जिन तुम्हें संभारा, काल पास्ते ताई उबारा। जिंदर नाम ते आरो कहा, दार दुष्ट दोख ते रहा। काड़क के तुम शरण तिहारी, आपो हाथ दे लेहु बारी। सरब ठोर मोह सहाई, दुष्ट दोख ते लेहो बचाई। कृपा करी अम पर जग माता, ग्रंथ करा पूर्ण सब राता। किल बेक सगल दे को हरता, दुष्ट दोखियन को छय करता। श्री अस्तु जप भय दयाला, पूरन करा ग्रंथ तत्काला। मन बाचत फल पावै सोई, दुख ना तिसै व्यापत कोई। अडल सुनै गुंग जो आए, सो रस ना पावई। सुनै मूढ़ चित लाए, चतुरता आवई। दुख दर्द पो निकट ना तिन नर के रहै। हो जो या की एक बार, चौपई को कह चौपई। संपत सत्रह सहस फणी जय, अर्थ सहस पुन तीन कही जय।
ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤਰੁਦੈ ਗ੍ਰੰਥ ਸੁਧਾਰਾ। ਈਸਰੀ ਚਰਿਤਿਓ ਪਕਾਨੇ, ਤਰਿਆ ਚਿਤਰੇ ਮੰਤਰੀ। ਭੂਮ ਸਭਾ ਦੇ 405, ਚਰਿਤਰ ਸਮਾਪਤ, ਮਸਤ ਸੁਭ ਮਸਤ ਦੋਹਰਾ। ਦਾਸ ਜਾਨ ਕਰ ਦਾਸ, ਪਰ ਕੀਜੈ ਕਿਰਪਾ ਅਪਾਰ। ਆਪ ਹਾਦੈ ਰਾਖ ਮੋਏ, ਮਨ ਕਰਮ ਵਿਚਾਰ ਚੋਪਈ। ਮੈਂ ਨਾ ਗਨੇਸੈ ਪ੍ਰੀਤਮ ਨਾਉ, ਕਿਸਨ ਬਿਸਨ ਕਬੂ ਨੈ ਧਿਆਉ। ਕਾਨ ਸੁਨੇ ਪਹਿਚਾਨਾ ਤਿਨ ਸੋ, ਲਿਵ ਲਾਗੀ ਮੋਰੀ ਪਗ ਇਨ ਸੋ। ਮਹਾ ਕਾ ਰਖਵਾਰ ਮਾਰੋ, ਮਹਾ ਲੋਏ ਮੈਂ ਕਿੰਕਰ ਥਾਰੋ। ਆਪਣਾ ਜਾਨ ਕਰੋ ਰਖਵਾਰ, ਬਾਹੇ ਗਏ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਤ ਪਰਿਐ, ਚੁਨ ਚੁਨ ਸਤਰ ਹਮਾਰੇ ਮਰੀਐ। ਦੇਗ ਤੇਗ ਜਗ ਮੈਂ ਦੋ ਚਲੈ, ਰਾਖਾ ਮੋਇ ਔਰ ਨਾ ਦਲੈ। ਤੁਮ ਮਮ ਕਰੋ ਸਦਾ ਪ੍ਰਤਪਾਰਾ, ਤੁਮ ਸਾਈ ਮੈਂ ਦਾਸ ਤਿਆਰਾ। ਜਾਨ ਆਪਣਾ ਮੁਝੈ ਨਿਵਾਜ, ਆਪ ਕਰੋ ਅਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਦਾਸ ਜਾਨ ਕਰ ਕਿਰਪਾ ਕਰੋ ਮੋਹੇ, ਹਾਰ ਪਰਾ ਮੈਂ ਆਨ ਦੁਆਰ ਤੋਹੇ। ਆਪਣਾ ਜਾਨ ਕਰੋ ਪ੍ਰਤਪਾਰਾ, ਤੁਮ ਸਾਈ ਮੈਂ ਕਿੰਕਰ ਥਾਰਾ। ਦਾ ਜਾਨ ਦੇ ਹਾਥ ਉਬਾਰੋ, ਅਮਰੇ ਸਬੈਰੀਅਨ ਸੰਗਾਰੋ। ਪ੍ਰਥਮ ਤਰੋ ਭਗਵਤ ਕੋ ਧਿਆਨਾ, ਬੋਰ ਕਰੋ ਕਬਤਾ ਬਿਦ ਨਾਨਾ। ਕ੍ਰਿਸ਼ਨ ਜਤਾ ਮਤ ਚਰਿਤਰ ਉਚਾਰੋ, ਚੋ ਕੋਇ ਕਬ ਲੈ ਸੁਧਾਰੋ। ਕਬਿਓ ਬਾਚ ਦੋਹਰਾ, ਜੋ ਨਿਜ ਪ੍ਰਭ ਮੋਹ ਸੋ ਕਾਸੋ ਕਯੋ ਜਗ ਮਾਹੇ। ਜੋ ਤਿਨ ਪ੍ਰਭ ਕੋ ਧਿਆਈਐ, ਅੰਤ ਸੁਰਗ ਕੋ ਜਾਏ ਦੋਹਰਾ। ਹਰ ਹਰ ਜਨ ਦੋਏ ਕੈ ਬਿਬਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ, ਜੋ ਜਲੀ ਬਿਕੈ ਸਮਾਏ ਦੋਹਰਾ। ਜਬ ਆਸ ਪ੍ਰਭ ਕੋ ਪਇਓ, ਜਨਮ ਤਰਾ ਜਗ ਆਏ। ਅਬ ਮੈਂ ਕਥਾ ਸੰਚੇਪ ਤੇ, ਸਭੂ ਕਹਿਤ ਸੁਨਾਹੇ ਕਬ ਬਾਚ ਦੋਹਰਾ। ਠਾਂਡ ਪਇਓ ਮੈਂ ਜੋਰ ਕਰ, ਬਚਨ ਕਾ ਸਿਰ ਨਾਏ। ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ ਦੋਹਰਾ। ਜੇ ਜੇ ਤੁਮਰੇ ਧਿਆਨ ਕੋ, ਨਿਤ ਉਠ ਧਿਆਈਐ ਸੰਤ। ਅੰਤ ਲੈਂਗੇ ਮੁਕਤ ਪਲ ਭਾਗਵੈਂਗੇ, ਭਗਵੰਤ ਦੋਹਰਾ। ਕਾਲ ਪੁਰਖ ਕੀ ਦੇ ਮੋਹ, ਕੋਟਕ ਬਿਸ਼ਨ ਮਹੇਸ਼। ਕੋਟ ਇੰਦਰ ਬ੍ਰਹਮਾ ਕੀਤੇ, ਰਵ ਸਸ ਕਰੋ ਜਲੇਸ ਦੋਹਰਾ। ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਪਾਖਤ ਨੇਤ। ਸੂਰਗ ਬਾਸ ਗੁਬਰ ਕਰਾ, ਸਗਰੀ ਪੂਰੀ ਸਮੇਤ ਚੋਪਈ। ਜੋ ਏਕਤਾ ਸੁਨੈ ਅਰ ਗਾਵੈ, ਦੂ ਪਾਪ ਤੇ ਨਿਕਟ ਨ ਆਵੈ। ਬਿਸ਼ਨ ਭਗਤ ਕੀਏ ਪਲੋਈ, ਯਾਦ ਬਿਆਚਵੈ ਸਕੈ ਨਾ ਕੋਈ। ਸੰਪਤ ਸਤਰੈ ਸਹਿਸ 55, ਹਾੜ ਵਧੀ ਪ੍ਰਥਮ ਸੁਖ ਦਾਵਨ। ਤਵ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਪਰੀ ਲੇਹੋ ਲੇਹੋ ਸੁਧਾਰਾ ਦੋਹਰਾ। ਨੇਤਰ ਤੁਅੰਕੇ ਚਰਨ ਤਰ, ਸੁਤਰ ਦਵ ਤੀਰ ਤਰੰਗ। ਸ੍ਰੀ ਭਗਵਤ ਪੂਰਨ ਕੀਓ, ਰਘੁਬਾਰ ਕਥਾ ਪ੍ਰਸੰਗ। ਸਾਧ ਅਸਾ ਜਾਨੋ ਨਹੀਂ, ਬਾਦ ਸੁਬਾਦ ਵਿਵਾਦ। ਗ੍ਰੰਥ ਸਗਲ ਪੂਰਨ ਕੀਓ, ਭਗਵਤ ਕਿਰਪਾ ਪ੍ਰਸਾਦ ਸਵਈਆ। ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਵਾਕ ਤਰੈ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਨੇ ਕੈ ਮਤ ਏਕ ਨਾ ਮਾਨਿਓ। ਸਿਮਰਤ ਸਾਤਰ ਬੇਸਬੈ, ਬੋ ਭੇਦ ਕੈ ਮੇਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ। ਸਗਲ ਦੁਆਰ ਕੋ ਛਾੜ ਕੈ, ਗਇਓ ਤੁਵਾਰੋ ਦੁਆਰ। ਬਾਏ ਗਏ ਕੀ ਲਾਜ ਅਸ, ਗੋਬਿੰਦਾਸ ਤੁਹਾਰ। ਰਾਮ ਕਲੀ ਮਹਿਲਾ ਤੀਜਾ, ਆਨੰਦ ਕੋ ਓੰਕਾਰ। ਸਤਿਗੁਰ ਪ੍ਰਸਾਦ
ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੀ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾ ਸਮਰਸ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕੀਚੈ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬੋ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਧਾਰੋ। ਸਾਚ ਨਾਮੀ ਆਧਾਰ ਮੇਰਾ, ਜਿਨ ਭੁਖਾ ਸਭ ਗਵਾਈਆਂ। ਕਰ ਸਾਂ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟੋ, ਜਿਸ ਦੀ ਆਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ। ਸਾਚਾ ਨਾਮ ਮੇਰਾ ਧਾਰੋ। ਵਾਜੇ ਪੰਚ ਸਭ ਤਿਦ ਘਰ ਸਪਾਗੈ, ਕਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੂ ਜਿਨ ਕੋ, ਸੇ ਨਾਮ ਰਖੈ ਲਾਗੇ। ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਆਨੰਦ ਵਾਜੇ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹਿਲਾ ਪੰਜਵਾ, ਥਾਲ ਵਿੱਚ ਤਿੰਨ ਵਸਤੂ ਭਈਓ। ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਜਿਸ ਕਾ ਸਭ ਸੀ ਆਧਾਰੋ, ਜੇ ਕੋ ਕਾਵੈ ਜੇ ਕੋ ਪੁੰਚੈ। ਤਿਸ ਕਾ ਹੋਏ ਉਧਾਰੋ, ਏ ਵਤ ਜੀ ਨ ਜਾਈ, ਨਿਤ ਨਿਤ ਰਖੁਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹਿਲਾ ਪੰਜਵਾ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕਿਤੋਈ। ਮੈਂ ਨਿਰਗੁਣ ਯਾਰੇ, ਕੋ ਗੁਣ ਨਾਹੀ। ਆਪੇ ਤਰਸ ਪਿਓਈ, ਤਰਸ ਪਿਆ ਮੈਂ ਰਾਮ ਤੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਪੌੜੀ ਤਿਥੈ ਤੂੰ ਸਮਰਥ। ਜਿਤੈ ਕੋਇ ਨਾਹੇ, ਉਥੈ ਤੇਰੀ ਰਾਖੀ। ਅਗਨੀ ਉਦਰ ਮਾਹੇ, ਸੁਣ ਕੈ ਜਮ ਕੇ ਦੂਤ। ਨਾਹੀ ਤੇਰੇ ਚੜ ਜਾਏ, ਭਉ ਜਲ ਬਿਕਮ ਅਸਗਾਓ। ਗੁਰ ਸਬਦੀ ਪਾਰ ਪਾਏ, ਜਿਨ ਕੋ ਲਗੀ ਪਿਆਸ। ਅੰਮ੍ਰਿਤ ਸੇਈ ਖਾਏ, ਕਲ ਮੈਂ ਓ ਪੁਨ ਗੁਣ ਗੋਬਿੰਦ ਗਾਏ। ਸਭ ਸੈ ਨੋ ਕਿਰਪਾਲ ਸਮਾਲੇ, ਸਾਏ ਸਾਏ ਬਿਰਤਾ ਕੋਈ ਨਾ ਜਾਏ। ਜੇ ਆਵੈ ਤੁਧ ਆਏ, ਸ਼ਲੋਕ ਮਹਿਲਾ ਪੰਜਵਾ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਟਾਉ। ਕਉ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਤ ਦੇ। ਜਗ ਮੈਂ ਉਤਮ ਕਾਂਡੀਐ, ਬਿਰਲੇ ਕੇਈ ਕੇ। ਮਹਿਲਾ ਪੰਜਵਾ। ਰਾਖੇ ਰਖਣ ਹਾਰਾ ਪੁਬਾਰੀਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰੀਅਨ। ਹੋਵਾ ਆਪ ਦਿਆਲ, ਮਨੋ ਨਾ ਵਿਸਾਰੀਅਨ। ਸਾਜਨਾ ਕੈ ਸੰਗ ਭਉ ਜਲ ਤਾਰੀਅਨ। ਸਾਕਤ ਨਿੰਦਕ ਦੁਸ਼ਟ ਖਿਨ ਮਾਈ ਬਿਦਾਰੀਅਨ। ਤੇ ਸਾਹਿਬ ਕੀ ਟੇਕ, ਨਾਨਕ ਮੰਨੈ ਮਾਹੇ। ਜੇ ਸਿਮਰੈ ਸੁਖ ਹੋਏ, ਸਗਲੇ ਦੁਖ ਜਾਏ। ਤੇ ਸਾਹਿਬ ਕੀ ਟੇਕ, ਨਾਨਕ ਮੰਨੈ ਮਾਹੇ। ਜੇ ਸਿਮਰੈ ਸੁਖ ਹੋਏ, ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਤੁਹਾਡਾ ਟਾਈਮ ਆ, ਅੱਜ ਤੁਹਾਡਾ ਟਾਈਮ ਨਹੀਂ ਨਹੀਂ ਬਣੂ ਨਹੀਂ ਹੁੰਦਾ। ਵਾਹਿ ਵਾਹਿ ਇੱਕ ਇੱਕ ਸਤਨਾਮ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਵਾਹਿ ਵਾਹਿ ਤੂ ਠਾਕੁਰ ਤੁਮ ਪੈ ਅਰਦਾਸ 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 ਜੀਓ ਪਿੰਡ ਜੀਓ ਪਿੰਡ ਜੀਓ ਪਿੰਡ ਸਭ ਤੇਰੀ ਰਾਸ ਜੀਓ ਪਿੰਡ ਜੀਓ ਪਿੰਡ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ तुम मात पिता हम बारक तेरे तुम्हारी कृपा में सुख घनेरे तुम्हारी कृपा में सुख घनेरे तुम मात पिता हम बारक तेरे तुम मात पिता हम बारक तेरे तुम्हारी कृपा में सुख घनेरे तुम्हारी कृपा में सुख घनेरे कोई न जाने तुम्हारा अंत कोई न जाने तुम्हारा अंत ऊंचे ते ऊंचा भगवंत ऊंचे ते ऊंचा भगवंत कोई न जाने तुम्हारा अंत कोई न जाने तुम्हारा अंत ऊंचे ते ऊंचा भगवंत ऊंचे ते ऊंचा भगवंत सगल समगरी तुमरे सूत्रधारी सगल समगरी तुमरे सूत्रधारी तुम ते होए सो आज्ञाकारी तुम ते होए सो आज्ञाकारी सगल समगरी तुमरे सूत्रधारी सगल समगरी तुमरे सूत्रधारी तुम ते होए सो आज्ञाकारी तुम ते होए सो आज्ञाकारी तुमरी गत मित तुम ही जानी तुमरी गत मित तुम ही जानी नानक दास सदा कुर्बानी नानक दास सदा कुर्बानी तुमरी गत मित
तुम ही जानी तुमरी गत मित, तुम ही जानी नानक दास सदा कुर्बानी, नानक दास सदा कुर्बानी। तू ठाकुर तुम पे अरदास, तू ठाकुर तुम पे अरदास। जियो पिंड जियो पिंड जियो पिंड सब तेरी रास। जियो पिंड जियो पिंड जियो पिंड सब तेरी रास। तुम मात पिता हम बारक तेरे, तुम मात पिता हम बारक तेरे। तुमरी कृपा में सुख गनेरे, तुमरी कृपा में सुख गनेरे। कोई न जाने कोई न जाने तुमरा अंत, ऊंचे ते ऊंचा भगवंत। कोई न जाने कोई न जाने तुमरा अंत, ऊंचे ते ऊंचा भगवंत, ऊंचे ते ऊंचा भगवंत। सगल समगरी तुमरे सूथर धारी, सगल समगरी तुमरे सूथर धारी। तुम ते होए सो आज्ञाकारी, तुम ते होए सो आज्ञाकारी। सगल समगरी तुमरे सूथर धारी, सगल समगरी तुमरे सूथर धारी। तुम ते होए सो आज्ञाकारी, तुम ते होए सो आज्ञाकारी। तुमरी गत मित तुम ही जानी, तुमरी गत मित तुम ही जानी। नानक दास सदा कुर्बानी। तुमरी गत मित तुमरी गत मित तुम ही जानी। नानक दास सदा कुर्बानी, नानक दास सदा कुर्बानी। तू ठाकुर तुम पे अरदास, तू ठाकुर तुम पे अरदास। बब्बी बब्बीहा अमृत वेले बोलिया, बब्बीहा अमृत वेले बोलिया। तांदर सुनी पुकार, तांदर सुनी पुकार। बब्बीहा अमृत वेले बोलिया। ਇੱਥੇ ਵਾਹਿਗੁਰੂ ਜੀ ਸਾਨੂੰ ਦੱਸ ਰਹੇ ਨੇ ਕਿ ਬਬੀਹਾ ਅੰਮ੍ਰਿਤ ਵੇਲੇ ਉੱਠ ਕੇ ਪੁਕਾਰ ਕਰਦਾ ਹੈ ਕਿ ਮੈਨੂੰ ਇੱਕ ਬੂੰਦ ਦੇ ਦੇ ਦਾਤਾ, ਮੈਨੂੰ ਇੱਕ ਬੂੰਦ ਦੇ ਦੇ, ਇੱਕ ਬਾਰਿਸ਼ ਦਾ ਇੱਕ ਬੂੰਦ ਦੇ ਦੇ, ਆਪਣਾ ਰਸ ਦਾ ਇੱਕ ਬੂੰਦ ਦੇ ਦਿਓ। ਅਤੇ ਫਿਰ ਕੀ ਹੁੰਦਾ ਜਦੋਂ ਉਹ ਪੁਕਾਰ ਕਰਦਾ ਹੋਵੇ, ਬਬੀਹਾ ਅੰਮ੍ਰਿਤ ਵੇਲੇ ਬੋਲਿਆ। ਤਾਂਦਰ ਸੁਣੀ ਪੁਕਾਰ, ਤਾਂਦਰ ਸੁਣੀ ਪੁਕਾਰ। ਉਹਦੀ ਪੁਕਾਰ ਸੁਣ ਲਈ ਦਾਤੇ ਨੇ। ਫਿਰ ਕੀ ਹੁੰਦਾ, ਮੇਘੇ ਨੂੰ ਮੇਘੇ ਨੂੰ ਮੇਘੇ ਨੂੰ ਫੁਰਮਾਨ ਹੋਇਆ। ਮੇਘੇ ਨੂੰ ਮੇਘੇ ਨੂੰ ਫੁਰਮਾਨ ਹੋਇਆ। ਵਰਸੋ 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 ਕਿਰਪਾ ਦਾ, ਵਰਸੋ 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 ਕਿਰਪਾ ਦਾ। The rain clouds were ordered ਕਿ ਵਰਸੋ ਵਰਸੋ
ਇਸ ਦੀ ਪਿਆਸ ਬੁਝਾ ਦਿਓ। ਮੇਘੇ ਨੂੰ ਫੁਰਮਾਨ ਹੋਇਆ, ਵਰਸੋ 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 ਕਿਰਪਾ ਦਾ, ਵਰਸੋ 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 ਕਿਰਪਾ ਦਾ। ਫਿਰ ਅੱਗੇ ਕੀ ਕਹਿੰਦੇ ਨੇ ਦਾਤਾ ਜੀ? ਹਉ ਤਿਨ ਕੇ ਬਲਿਹਾਰਣੇ, ਹਉ ਤਿਨ ਕੇ ਬਲਿਹਾਰਣੇ, ਜਿਨੀ ਸੱਚ ਰੱਖਿਆ ਉਰਧਾਰ, ਜਿਨੀ ਸੱਚ ਰੱਖਿਆ ਉਰਧਾਰ। ਜਿਹੜੇ ਇਨਸਾਨ ਨੇ ਸੱਚ ਆਪਣੇ ਪੱਲੇ ਪਾ ਲਿਆ, ਉਸ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਸਦਕੇ ਜਾਵਾਂ, ਬਲਿਹਾਰੀ ਜਾਵਾਂ, ਵਾਰੀ ਜਾਵਾਂ। ਹਉ ਤਿਨ ਕੇ ਬਲਿਹਾਰਣੇ, ਹਉ ਤਿਨ ਕੇ ਬਲਿਹਾਰਣੇ, ਜਿਨੀ ਸੱਚ ਰੱਖਿਆ ਉਰਧਾਰ, ਜਿਨੀ ਸੱਚ ਰੱਖਿਆ ਉਰਧਾਰ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਬਬੀਹਾ ਅੰਮ੍ਰਿਤ ਵੇਲੇ ਬੋਲਿਆ। ਨਾਨਕ ਨਾਮੇ ਸਭ ਹਰਿਆਵਲੀ, ਨਾਨਕ ਨਾਮੇ ਸਭ ਹਰਿਆਵਲੀ। ਗੁਰ ਕਾ ਸ਼ਬਦ ਵਿਚਾਰ, ਗੁਰ ਕਾ ਸ਼ਬਦ ਵਿਚਾਰ। ਅਖੀਰਲੀ ਪੰਥੀ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਕਿ ਹਾਂ ਉਸ ਇਨਸਾਨ ਦਾ ਤਨ ਮਨ ਤਨ ਸਭ ਹਰਿਆਵਲੀ ਹੋ ਜਾਂਦਾ ਹੈ। ਹੀ ਬਿਕਮਸ ਪਿਓਰ, ਹੀ ਬਿਕਮਸ ਖਾਲਿਸ, ਹੀ ਬਿਕਮਸ ਖਾਲਸਾ। ਖਾਲਸਾ ਸਿਰਫ ਅੰਮ੍ਰਿਤ ਛਕਣ ਨਾਲ ਨਹੀਂ ਅਸੀਂ ਬਣ ਸਕਦੇ, ਖਾਲਸਾ ਬਣ ਸਕਦੇ ਹਾਂ ਥਰੂ ਆਰ ਥਾਟ, ਵਰਡਸ ਐਂਡ ਡੀਡਸ। ਅਸੀਂ ਕੀ ਸੋਚਦੇ ਹਾਂ, ਅਸੀਂ ਕੀ ਬੋਲਦੇ ਹਾਂ, ਗਾਲਾਂ ਕੱਢਦੇ ਹਾਂ ਕਿ ਪਿਆਰ ਨਾਲ ਬੋਲਦੇ ਹਾਂ, ਕੀ ਸੋਚਦੇ ਹਾਂ, ਕਿਸੇ ਲਈ ਅੱਛਾ ਸੋਚਦੇ ਹਾਂ, ਅਤੇ ਕੀ ਐਕਸ਼ਨ ਕਰਦੇ ਹਾਂ। ਦੈਟ ਇਜ਼ ਦ ਮੋਸਟ ਇੰਪੋਰਟੈਂਟ ਥਿੰਗ। ਸੋ ਉਸ ਚੀਜ਼ਾਂ ਦੇ ਉੱਤੇ ਬੜਾ ਵਿਚਾਰ ਕਰਨਾ ਚਾਹੀਦਾ ਹੈ ਕਿ ਵਿਚਾਰ ਕਰੋ, ਥਿੰਕ ਵਾਟ ਇਜ਼ ਦ ਗੁਰੂ ਸੇਇੰਗ ਟੂ ਅਸ। ਜਿਹੜਾ ਬੰਦਾ ਵਿਚਾਰ ਕਰਦਾ ਹੈ ਉਹਦਾ ਤਨ ਮਨ ਤਨ ਸਭ ਹਰਿਆਵਲੀ ਹੋ ਜਾਂਦਾ ਹੈ, ਗੁਰੂ ਸਾਹਿਬ ਕਹਿ ਰਹੇ ਨੇ। ਕਿਉਂਕਿ ਅਸੀਂ ਪਾਠ ਕਰੀ ਜਾਈਏ ਪਰ ਉਸ ਸਮਝ ਹੀ ਨਾ ਆਵੇ ਕਿ ਕੀ ਕਰ ਰਹੇ ਹਾਂ, ਉਸ ਦਾ ਕੀ ਫਾਇਦਾ। ਅਤੇ ਪਾਠਾਂ ਦੇ ਪਾਠ, ਅਖੰਡ ਪਾਠ ਵੀ ਕਰ ਲਈਏ, ਪਰ ਅਗਰ ਪਾਰਟੀਸਪੇਟ ਨਾ ਕਰੀਏ ਤਾਂ ਫਿਰ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ। ਪਰ ਅਸੀਂ ਅਗਰ ਸਵੇਰ ਵੇਲੇ ਉੱਠ ਕੇ 3 ਵਜੇ ਨਹੀਂ ਉੱਠ ਸਕਦੇ, 4 ਵਜੇ ਉੱਠ ਜਾਓ, 4 ਨਹੀਂ 5, 5 ਨਹੀਂ 6 ਵਜੇ, ਚਲੋ 10-15 ਮਿੰਟ ਅਸੀਂ ਅਗਰ ਮੂਲ ਮੰਤਰ ਦਾ ਹੀ ਪਾਠ ਕਰ ਲਈਏ, ਪਹਿਲੀ ਪੌੜੀ ਦਾ ਪਾਠ ਕਰ ਲਈਏ, ਅਤੇ ਉਸ ਨੂੰ ਸ਼ੁਕਰਾਨਾ ਕਰ ਲਈਏ ਕਿ ਵਾਹਿਗੁਰੂ ਜੀ ਸ਼ੁਕਰ 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 ਤੇਰਾ ਲੱਖ ਲੱਖ ਸ਼ੁਕਰ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਬਬੀਹਾ ਅੰਮ੍ਰਿਤ ਵੇਲੇ ਬੋਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਫਤਿਹ ਜੀ। ਉਹ ਜੀ ਇਹ ਬੰਦ
नहीं ठीक है। एक ओंकार सतनाम करता पुरख निरभਉ निरवैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच। एक ओंकार सतनाम करता पुरख निरभਉ निरवैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। एक ओंकार सतनाम करता पुरख निरभਉ निरवैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। एक ओंकार सतनाम करता पुरख निरभਉ निरवैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। डंडौत बंदन अनक बार सर्व कला समरथ डोलन ते राखो प्रभु नानक दे कर हथ। कहाँ बोध प्रभ तुच्छ हमारी बरन सकै महिमा जो तिहारी हम ना साख्त कर सिफत तुम्हारी आप लिहो तुम कथा सुधारी। हम ना साख्त कर सिफत तुम्हारी आप लिहो तुम कथा सुधारी। संगत जी गज के फतेह बुलाओ। वाहिगुरु जी का खालसा वाहिगुरु जी की फतेह। ਵੱਡੇ ਭਾਗ ਹਨ ਸਭਨਾਂ ਦੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਬੈਠ ਕਰਕੇ ਗੁਰੂ ਖਾਲਸਾ ਦੀ ਸੰਗਤ ਵਿੱਚ ਬੈਠ ਕਰਕੇ ਕੀਰਤਨ ਦਾ ਆਨੰਦ ਮਾਣ ਰਹੇ ਸੀ। So we're blessed to be sitting in the lotus charan of ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ and in the sangat, in the company of the Guru Khalsa. So this is the second time we've come here, ਇਹ ਦੂਜੀ ਵਾਰ ਆ ਜਿਹੜਾ ਹੁਣ ਆਇਆ ਹਮਾਰੀ ਦੀ ਕਿਰਪਾ ਨਾਲ, where we're getting opportunity to share Guru Nanak Dev Ji Maharaj's Jivan, Guru Nanak Dev Ji Maharaj's life. So growing up, ਛੋਟੇ ਜੋ ਅਸੀਂ ਹੁੰਦੇ ਸੀ ਸਾਖੀਆਂ ਸੁਣੀ ਦੀ ਹੁੰਦੀਆਂ ਸੀਗੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ। We used to listen to ਸਾਖੀਆਂ of Maharaj, but I think they used to be kind of the standard ones that everyone knew. But Guru Sahib Ji have done so much kirpa on us that they've blessed us with this opportunity to go through Guru Nanak Dev Ji Maharaj even in so much detail that we learn where Guru Sahib Ji went, who they met, the people they've saved, and the teachings that they're blessing on everyone. I've said this time and time again, कि जदों साखी सुनी दी आ, just don't leave the darbar, don't leave the Gurdwara Sahib just thinking that was a nice sakhi, that was nice to listen to. The art of listening to a story, a sakhi, is to apply that teaching to your life and to try and make your life better. It could be the tiniest thing. So whenever sakhi does come, try your best to take the teaching away. So going straight into it, with Guru Sahib Ji Kirpa, what we're going to be doing is we're going to be going over, recapping last week and continuing Guru Nanak Dev Ji Maharaj Jivan. And then the children will be doing kirtan, will be doing simran with all the sangat. Every week at Friday Night Sikhi, we do have an opportunity to do a Q&A session, a question answer session. We've also got a link set up, एक link बनाई हुई आ, ਉਹ link ਦੇ ਰਾਹੀਂ ਤੁਸੀਂ ਸਵਾਲ ਭੇਜ ਸਕਦੇ ਹੋ ਸਾਨੂੰ, ਤਾਂ anonymous ਰਹਿੰਦੇ ਹੋ, you stay anonymous, so ਪਤਾ ਨਹੀਂ ਲੱਗਦਾ ਕਿਹਨੇ ਸਵਾਲ ਭੇਜਿਆ ਆ।
So we get them questions every week, and then Harek Hafte, we have a Q&A session. But Aha Shukrvar, the first Friday of the month, we've decided to start doing them here at the new Gurdwara, so we can't do the Q&A. However, ek sawal aaya si, and I will be addressing that question in the Sangat at the end. Whether the person that's asked that question is here or not, I'm not sure. But it was a little bit of a worrying question. That's why I thought I'd share it with everyone. So we'll come on to that later. Let's go through Tan Guru Nanak Dev Ji Maharaj Jivan and see what teaching we can take away from the Sakhi today, and hopefully Maharaj Kirpa Karan you can apply it to your life. So this is recapping from last week. Pishle hafte Guru Nanak Dev Ji Maharaj have gone to Kanchi. Guru Nanak Dev Ji Maharaj Kanchi jande ne, and uthe jinne bhi vidwan hoye ne, uthe the scholars, the pandits, uthe Guru Sahib ji na charcha karde ne, and in the end they all accept Guru Sahib ji as their Guru, and they accept the path of Sikhi. They ask Maharaj, O Guru Nanak Dev Ji Maharaj nu kende ne ki sanu Sikh bana lo. Jere he kattar Hindu vidwan scholars kende sanu Sikh bana lo. Guru Sahib ji uthon jodo challe paunde a, they leave from Kanchi. Nearby, uthe nede, there's someone by the name of Gopal Pandit. Gopal Pandit, he gathers loads of vidwan, sare vidwanon nu ikkathe karda a, and then uthe janda jithe Guru Nanak Dev Ji Maharaj Birajman ne, where Guru Sahib ji are. He has a lot of hankar within him though. Hankar bahut hunda ਉਹਦੇ ਵਿੱਚ, Gopal Pandit ਵਿੱਚ. ਉਹ ਆ ਕੇ ਬਹਿ ਜਾਂਦਾ ਆ ਕੋਲ. He came and sat beside Guru Nanak Dev Ji Maharaj. Guru Sahib ji asked him, how have you come? ਕਿਵੇਂ ਆਏ ਹੋ ਤੁਸੀਂ? ਫਿਰ ਉਹ ਕਹਿੰਦਾ ਕਿ I want to do charcha with you. ਮੈਂ ਚਰਚਾ ਕਰਨੀ ਆ ਤੁਹਾਡੇ ਨਾਲ. I want to have a debate with you. ਹੰਕਾਰ ਨਾਲ ਭਰਿਆ ਪਿਆ. He's got full of hankar. Sangat ji, if you want to walk on this path of Sikhi, Guru Nanak Dev Ji Maharaj say, Jo to prem khilan ka chao, sir tar tali gali mriyao. So if you want to play this game of love with me, and you walk on this path, come with your head in your hand, meaning give up your mind, give your mind to the Guru. Give your mind to Guru Nanak Dev Ji Maharaj, and then Maharaj will shower their blessings upon you. But eh Gopal Pandit jo si, Guru Sahib ji kol aaya, but he had hankar naal parya paise, full of hankar. Uthe nede hun Maharaj ne kautak vikhona a, Maharaj ne hankar todna oda. Nearby, nede uthe there's a dead body of a dog. Kutte di laash pei a uthe ek. Look at how Guru Sahib ji are about to destroy him, destroy his ego. Guru Sahib ji choj bhi niyare ne. The way Maharaj did the things they did were unique. Guru Sahib ji kende, looking at the dog, kutte wal dekh ke Maharaj kende, kukar uth, get up to the dog, tera jaat pai aa gaya. Tere naal charcha karan lai aa gaya. Gopal Pandit ne jo sunya, krodh vich aa gaya. He got really angry, proper krodh, and kenda, how dare you compare me to a dog? You think we're on the same level? Guru Sahib ji said, you don't even know who this kutta is. Tenu ta pata nahi hega kutta hai kaun. Eh tera dada Bishan Datta. This is your dada Bishan Datta. This is your grandfather. Jodo eda kiya, Gopal Pandit ek wari hil gaya andron. Can you imagine? He's come with all this hankar. He's a vidwan, a scholar. He thinks he knows everything. And says to Guru Sahib ji, I want to do charcha with you. Maharaj goes, look at that dog, that's your granddad. Maharaj made the dog's soul come out. Atma jiri kutte diya nikal diya. And then the Atma, Bishan Datta, said to his grandson, Pote nu kenda, like you, I used to debate with everyone. Jiਵੇਂ ਤੂੰ ਚਰਚਾ ਕਰਦਾ ਨਾ ਸਾਰਿਆਂ ਨਾਲ, ਐਦਾਂ ਮੈਂ ਵੀ ਐਦਾਂ ਹੀ ਚਰਚਾ ਕਰਦਾ ਹੁੰਦਾ ਸਾਰਿਆਂ ਨਾਲ. ਸਾਰਿਆਂ ਦੇ ਕੋਲ ਜਾ ਕੇ ਮੈਂ ਤੰਗ ਕਰਨਾ ਉਹਨਾਂ ਨੂੰ. One time I annoyed a Mahapurkh. ਮੈਂ ਇੱਕ ਵਾਰੀ Mahapurkh ਕੋਲ ਗਿਆ
ਤਾਂ ਉਹਨੂੰ ਤੰਗ ਕੀਤਾ ਕਿ ਚਰਚਾ ਕਰ ਮੇਰੇ ਨਾਲ. I kept on saying to the Mahapurkh that I want to have a debate with you. And I said that why are you even a Saad if you're not going to do charcha? Ki tu Saad baniya kya the ki je charcha nahi karni sade naal. The Mahapurkh then said, why are you after me like a dog? Ki jab Mahapurkh gusse vich aake kende kuttya mangu tu mere piche piche poonkda ya, not leaving me alone. Kenda fir oh Mahapurkh de bachan sach hoye, then I had to come back as a dog. Fir main kutte di joon vich pੈ ke main mud ke fir aaya. ਫਿਰ ਉਹ ਆਪਦੇ ਪੋਤਰੇ ਨੂੰ ਕਹਿੰਦਾ ਕਿ ਪੁੱਤਰਾ ਤੇਰੇ ਕਰਮ ਚੰਗੇ ਨੇ that you're sitting next to the King of Kings, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ. ਬਿਸ਼ਨ ਦੱਤ ਆਪਦੇ ਪੋਤੇ ਨੂੰ ਕਹਿ ਰਿਹਾ ਇਸ ਵੇਲੇ ਗੋਪਾਲ ਪੰਡਿਤ ਨੂੰ ਕਿ ਤੇਰੇ ਕਰਮ ਚੰਗੇ ਨੇ ਕਿ ਤੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਜਿਆਂ ਦੇ ਰਾਜੇ ਉਹਨਾਂ ਦੇ ਕੋਲ ਤੂੰ ਬੈਠਾ ਆ. ਸੋ ਇਹ ਇੱਥੋਂ ਇਹ ਸਿੱਖ ਨੂੰ ਮਿਲਦਾ ਆ. ਐਵੇਂ ਨਹੀਂ ਕਹਿੰਦੇ ਵੱਡੇ ਪਾਗ ਨੇ ਸਾਰਿਆਂ ਦੇ ਇੱਥੇ ਜੋ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਇਸ ਵੇਲੇ ਬੈਠੇ ਹਾਂ. ਸਾਡੇ ਕਰਮ ਚੰਗੇ ਨੇ. that's why we're sitting here. otherwise on a Friday night we could have been anywhere. ਸ਼ੁੱਕਰਵਾਰ ਰਾਤ ਕਿਤੇ ਵੀ ਹੋ ਸਕਦੇ ਸੀ. we could have been anywhere. but he asks for forgiveness. ਗੋਪਾਲ ਪੰਡਿਤ ਮਾਫੀ ਮੰਗਦਾ ਆ. he goes, I will get blessed with mukti. ਬਿਸ਼ਨ ਦੱਤ ਕਹਿੰਦਾ I'll get blessed with mukti now, ਮੈਨੂੰ ਮੁਕਤੀ ਮਿਲੂਗੀ. ਐਂਡ ਕਹਿੰਦੇ ਉਹ ਤੁਹਾਡਾ ਵੀ ਕਲਿਆਣ ਕਰ ਦੇਣਗੇ, ਤੇਰਾ ਵੀ ਕਲਿਆਣ ਕਰ ਦੇਣਗੇ. they'll bless you with mukti as well. ਗੁਰੂ ਸਾਹਿਬ ਜੀ not only blessed Gopal Pandit but everyone that came there, ਸਾਰਿਆਂ ਨੂੰ ਬਖਸ਼ਤਾ. from Gopal Pandit's lineage, his grandsons, ਉਹਦੇ ਪੋਤਰੇ ਗੋਪਾਲ ਪੰਡਿਤ ਦੇ ਹਰੀ ਲਾਲ ਤਾਂ ਹਰੀ ਕ੍ਰਿਸ਼ਨ ਹੋਏ ਨੇ. ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਜਾਂਦੇ ਨੇ to get saved. They go to Guru Arjan Dev Ji Maharaj to get blessed as well. Guru Sahib Ji save even more Vidwans. What happened next? That's where we left it last week. Pichle hafte ਇੱਥੇ ਹੀ ਸਮਾਪਤੀ ਕੀਤੀ ਸੀ ਕਥਾ ਦੀ. ਹੁਣ ਫੇਰ ਅੱਗੇ ਮਹਾਰਾਜ ਦੇਖਦੇ ਹਾਂ ਕਿ ਕਿੱਥੇ ਮਹਾਰਾਜ ਸਾਨੂੰ ਲੈ ਕੇ ਜਾਂਦੇ ਆ. But before we start the next part of the itihas, let's do Ustat of Guru Nanak Dev Ji Maharaj. Let's praise Guru Nanak Dev Ji Maharaj through the Bani of Guru Arjan Dev Ji Maharaj, where let's remind ourselves Guru Arjan Dev Ji Maharaj are telling us that I haven't got no knowledge, I haven't got no gyan, mainu kuch nahi pata. Inna zarur pata ki saron naਲੋਂ ਵੱਡੇ ਧੰਨ Guru Nanak Dev Ji Maharaj are the greatest of the greatest. And in this age of Kaljug, in this dark age that we're living right now, Guru Nanak Dev Ji Maharaj can save us. So let's do Ustat of Guru Sahib Ji and let's continue on the Katha. And the reason for doing this Ustat, the reason for doing this Mangala Charna is so we can focus our minds and take that blessing from Maharaj. Gyan tyan kich karma na jana, sar na jana teri, sab te vadda Satguru Nanak, jin kal rakhi meri. ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ. So before starting the next part of our itihas, Kavi Santokh Singh Ji, who've written this amazing history of ours, they start by praising Vaheguru. ਅਗਲੇ ਇਤਿਹਾਸ ਲਿਖਣ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਉਸਤਤ ਕਰਦੇ ਆ ਵਾਹਿਗੁਰੂ ਦੀ. They say that Vaheguru is my everything. He's my father, he's my mother, he's my everything. ਕਿ ਵਾਹਿਗੁਰੂ ਮੇਰੇ ਲਈ ਸਾਰਾ ਕੁਛ ਨੇ. Vaheguru have all the qualities. Guru Angad Dev Ji Maharaj, our second Padshah, are listening to the Katha with Bhai Balaji narrating it. Bhai Balaji, Guru Nanak Dev Ji Maharaj de Sathi hoye ne. Bhai Balaji, just to remind everyone, especially for those that might have started halfway listening to Guru Nanak Dev Ji Maharaj's Katha, let's remind everyone कि Bhai Balaji ek bari ਉਹਨਾਂ ਦੇ ਮਨ ਵਿੱਚ ਇੱਕ they had a furna in their mind, they had a thought in their mind that I wonder who is sitting on the gaddi of my ਧੰਨ Guru Nanak Dev Ji Maharaj. ਗੱਦੀ ਤੇ ਕੌਣ ਬੈਠੇ ਨੇ ਹੁਣ? Because Guru Nanak Dev Ji Maharaj blessed Bhai Balaji with Santokh, with contentment. So Bhai Balaji was sent back home when the travels were happening. ਜਦੋਂ Guru Nanak Dev Ji Maharaj ਉਦਾਸੀਆਂ ਤੇ ਸਨ,
ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਸੰਤੋਖ ਬਖਸ਼ਤਾ ਸੀ ਐਂਡ ਦੈਨ ਉਹ ਚਲੇ ਗਏ ਸੀ ਮੁੜ ਕੇ ਵਾਪਸ ਤਲਵੰਡੀ ਨੂੰ, ਬੈਕ ਟੂ ਤਲਵੰਡੀ, ਐਂਡ ਉੱਥੇ ਜਾ ਕੇ ਸੰਤੋਖ ਦੇ ਵਿੱਚ ਸਿਮਰਨ ਕਰਨਾ ਭਾਈ ਬਾਲਾ ਜੀ ਨੇ। ਸੋ ਕਈ ਸਾਲ ਬੀਤ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ left this world, went back to Sachkhand, and then ਭਾਈ ਬਾਲਾ ਜੀ ਦੇ ਮਨ ਵਿੱਚ they get that thought that I wonder who's on the gaddi of my Guru Nanak Dev Ji Maharaj. In Khadur Sahib, Guru Angad Dev Ji Maharaj are sitting on the gaddi. There our Guru Angad Dev Ji Maharaj are sitting there. ਉਹਨਾਂ ਦੇ ਮਨ ਵਿੱਚ ਵੀ ਇੱਕ ਫੁਰਨਾ ਆਇਆ। they have a thought in their mind, ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਬੈਠੇ ਬੈਠੇ ਸੋਚਦੇ ਕਿ if we could write down Guru Nanak Dev Ji Maharaj history from before I met them, that would be amazing. ਫੁਰਨਾ ਭਾਈ ਬਾਲਾ ਜੀ ਦੇ ਮਨ ਵਿੱਚ ਵੀ ਸੀ, ਫੁਰਨਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮਨ ਵਿੱਚ ਵੀ ਸੀ। ਹੁਣ ਭਾਈ ਬਾਲਾ ਜੀ then had this desire, let me go and find out who it is. Talwandi de vich, people were talking and they overheard that the Guru of the Sikh is Guru Angad Dev Ji Maharaj. And they're at Khadur Sahib. So uthon Khadur Sahib jande ne Bhai Bala ji, uthe ja ke darshan karde hain Maharaj de. When Guru Angad Dev Ji Maharaj find out who Bhai Bala ji are, Bhai Bala ji kende ki asi Guru Nanak Dev Ji Maharaj de sathi si. Guru Angad Dev Ji Maharaj usi vele utھ ke they go running to Bhai Bala ji. They hug them really tight. They can't stop crying. And they go, you are my Guru Nanak Dev Ji Maharaj Sathi. Aao ithe baitho satkar de naal. And then Sara kiya ki Sara kuch sanu dasso. Tell us everything. And then the katha started. Guru Angad Dev Ji Maharaj are listening to the katha while Bhai Bala ji narrate it. Bhai Peda Mukha ji, a Gursikh, their duty is to write it all down. Oh likh rahe ne. The Sangat listening just like this, at that Sangat baithe ne. You have amazing Gursikh sitting in the Sangat listening as well. Baba Buddha ji oh Sangat vich baithe ne, while Bhai Bala ji are narrating it. Then Guru Amar Das ji Maharaj, our third Pacha as well, they're sitting in the Sangat listening to this katha as well. Bhai Bala ji say to Guru Angad Dev Ji Maharaj, ki listen to what's going to happen next Maharaj, ki agge ki hoga Maharaj main thonu dasda hain. Then Guru Nanak Dev Ji Maharaj move on from Kanchi and they go to Jagannath Puri in South India. Then Guru Nanak Dev Ji Maharaj reached the famous mandir called Jagannath Mandir. Maharaj uthe pahunchde ne. There's a famous mandir uthe mashhoor ek Jagannath vich. They sit down to rest outside the mandir. Uthe aram karne lai bahar beh jande a Maharaj. Evening fell. The sun was about to set. All the Pandits of the area, all the Vidwans of the area, jinne bhi Vidwan hoya, the scholars, they came out of their houses and they reached the mandir. Sare ikkathe hoke mandir pahunchde ne sham nu. They all came to do aarti with the thaliyan, ghyo, clarified butter, lighting the dive, thali, sone di. Guru Sahib ji remained sitting adole. Nothing's affecting them. Uthe baithe ne bahar. Guru Sahib ji didn't stand or say anything when the aarti started. So aarti shuru karti. They started doing the aarti. And then the Vidwans, the Pandits, the scholars, all got angry when they saw Guru Sahib ji sitting. Sare krodh vich aa gaye jinne bhi uthe Vidwan Pandit si ki aarti ithe ho rahi a. But Guru Nanak Dev Ji Maharaj remained sitting. Oh baithe rehde ne. After aarti, they all came to where Guru Sahib Ji were. Aake puchde Maharaj nu, they asked ki, who are you? Aap ji kaun ho? And where have you come from? Kithon aaye ho tusi? You seem like you're base samajh. You don't know anything. Aime lagda hai ki tu base samajh a. Tenu kuch nahi pata. Guru Nanak Dev Ji Maharaj nu keh rahe ne. Little do they know who they're talking to. Again, it seems like you don't know anything about this mandir. Ki tenu mandir bare pata hi nahi hega. Every person of Jagannath stood for the aarti, but you stayed sitting. Us vele jo aarti hoi Jagannath vich, sare khade si, but you stayed sitting. And Sangati, this is something to contemplate on. As I was listening to the katha, man vich ek vichar aayi
Tan Guru Nanak Dev Ji Maharaj started a Nirala Panth, a unique and easy one. Our Guru Sahib Ji have taught us not to follow the crowd. एक गल महाराज ने सानू सिखाई आ कि किसी दे पिछे नहीं लगना कदे भी. You're going to remain unique in this world and live your life. If you, as a Sikh, as my Sikh, to stand out from the rest and be unique. So we don't follow anyone else in this world. We do remain unique. And our kids, sade bacche, need to fully understand that they were born to stand out. That's the parents' responsibility to teach them that. मापियां दी जिम्मेवारी बनदी आ कि बच्चों नूं इह सिखाओ कि Maharaj has made you unique. You're made to stand out from the crowd. You're not made to fit in. And look, when they do stand out, look how beautiful they look with their dastara, chole, shastra paaye hoye ne. Look how amazing they look. They look different from all the rest of the kids. And if you teach that from a young age, as they get older, they won't waver. Nahi dolenge fir oh. Je assi choti umar ch oh sikhaiye ਉਹਨਾਂ ਨੂੰ. Maharaj ਅੱਗੇ ਅਰਦਾਸ ਆ because the day and age that we live in, ਅੱਜ ਦਾ ਸਮਾਂ ਦੇਖਦੇ ਹੋਏ, the summer that we live in right now is getting really bad. We hear of all sorts of cases happening with conversion cases where our bachchiyan are getting targeted. Why is it that they're getting targeted, and why is it that they're leaving Sikhi to join another faith? Something to contemplate on, and is something to take seriously. Because from talking to the Singhs that deal with cases, is a time most likely is going to come where there will be a battle taking place, an intellectual battle though. And if we don't look after our children, then we're going to see hard times. We're going to see more rises in these cases happening. But it's up to us to teach our kids and to give them that anchor with Guru Sahib Ji's kirpa, of course, and with Guru Sahib Ji's doing ardasan to Maharaj, ki Maharaj, you're going to protect them. Ultimately, Maharaj, you're going to protect them. But we can't take it lightly. And the way we do this is to teach them sakhiyan sunao ਉਹਨਾਂ ਨੂੰ ਮਹਾਂਪੁਰਖਾਂ ਦੀਆਂ ਸ਼ਹੀਦ ਸਿੰਘਾਂ ਦੀਆਂ ਸਿੰਘਣੀਆਂ ਦੀਆਂ ਗੁਰਸਿੱਖs, great Gursikhs. Tell them our rich history. Tell them about our great history, and they won't waver. The Vidwans, ਜਿਹੜੇ Vidwan ਸੀ, they said to Maharaj ਕਿ you have no prem or fear of this place. ਕੋਈ ਡਰ ਨਹੀਂ ਹੈਗਾ ਤੁਹਾਨੂੰ ਇਹ ਅਸਥਾਨ ਦਾ, Jagannathpuri. You didn't join in when the aarti was happening. Guru Sahib Ji then said, Guru Nanak Ji Maharaj ਕਹਿੰਦੇ, Vaheguru is to be worshipped all the time. We worship him 24/7. We worship them 24/7. Vaheguru is the greatest. They are worthy of worship. Vaheguru is so great. Vaheguru edde badde ne, but you're doing puja with a small thali and just with a few dive. Or are you doing aarti, or are you doing makhal? Look at that, Maharaj fearless. Koi dar nahi. ਇਹ ਸਾਰੇ ਇਕੱਠੇ ਹੋ ਜਾਂਦੇ ਵਿਦਵਾਨ ਜਿੰਨੇ ਵੀ ਆ ਮਹਾਰਾਜ ਨੂੰ they surround Maharaj and they said ਤੁਸੀਂ ਖੜੇ ਨਹੀਂ ਆਰਤੀ ਵਿੱਚ. ਮਹਾਰਾਜ ਕਹਿੰਦੇ ਤੁਸੀਂ ਆਰਤੀ ਕਰਦੇ ਹੋ, ਮਖੌਲ ਕਰਦੇ ਹੋ ਤੁਸੀਂ. And on top of that, your minds are wandering while doing aarti as well. ਤੁਹਾਡੇ ਮਨ ਟਿਕਦੇ ਨਹੀਂ ਹੈਗੇ ਜਦੋਂ ਆਰਤੀ ਤੁਸੀਂ ਕਰਦੇ ਸੀ. Then how will you get full fal for it? Hearing this, the Vidwans then said, the aarti that you're referring to, what is that aarti? ਉਹ ਆਰਤੀ ਕਿਹੜੀ ਆ ਫਿਰ ਜਿਹੜੀ ਤੁਸੀਂ ਕਹਿ ਰਹੇ ਹੋ? And then Guru Nanak Dev Ji Maharaj Uchar Bani hai on Ang 663 in Guru Granth Sahib Ji Maharaj. In Tanasri Mahalla Pehla Aarti Ik Oankar Satgur Prasad. So Guru Sahib Ji start the Bani off by saying Ik Oankar, that there's only one Vaheguru, and you realize that one Vaheguru, Satgur Prasad, through the kirpa
of the true Guru. Maharaj कहते गगन में थाल रव चंद दीपक बने, that the sky is the thali, Taraka Mandal Janak Moti. The sky is the thali, the sun and the moon are the lamps. The stars are the pearls. Toop mal aan lo pavan chavro kare, sagal banai fulant jyoti. That the mountains are the sandalwood, the wind is doing char over on Vaheguru, all the plants and flowers are worshipping Vaheguru. Kaisi aarti hoye, pavkhandana teri aarti. Hey vidwano, Maharaj kende, what kind of aarti is your aarti? Jedi tusi aarti karde ho, eh keh jo aarti hai. Do aarti of that destroyer of phase, pavkhandana teri aarti. Then Guru Nanak Dev Ji Maharaj continuing and telling the Vidwans, hey Vidwano, this is the type of aarti we should be doing while controlling our minds. Maharaj kende, kaisi aarti hoye pavkhandana teri aarti, anhata sabd vajant peri rahao. So hey Maharaj kende that the sound of the shabd is the sounding of the drums. And then Maharaj describe Vaheguru hai. Maharaj kende sahas tav nain, nana nain hai tohe kau. Sahas murat nana ek tohi. Ki that Maharaj kende, you have thousands of eyes. Sahas tav nain, nain are eyes. You've got thousands of eyes. Nana nain hai tohe kau. Yet you have no eyes. Eh hai sargan saroop and nirgan saroop of Vaheguru. Sargan saroop is something that you can see, where Maharaj take on a form. Nirgun saroop is formless, without a form. Maharaj kende, you have thousands of eyes, yet you have no eyes. Thousands are your forms, and yet you have not even one form. Sahas pad bimala nan ek pad. Gand bin sahas tav gand ev chalt mohi. That thousands are your lotus charna, and yet you have no feet. Maharaj, without a nose, but thousands are your noses. I am enchanted with your play. Jidi khed Maharaj ne rachayi hui hai sari. Sab mein hai jyot, jyot hai soe. Maharaj kende that jyot is within everyone. Tis ka chanan, sab mein hai chanan hoye. That chanan, that light shines within everyone. But how can that light shine? Maharaj kende that chanan that's within everyone, how can it shine? And this bit's really important. Maharaj kende gur sakhi jyot pargat hoye. So gur sakhi, Guru di sakhiyan naal jyot pargat hundi a. So Guru Sahib ji di sakhiyan naal, sikhya naal. So when I said at the beginning, when we hear sakhiyan, we're not just listening to a sakya, we're taking the sikhya with us. So listening to Guru Sahib Ji's teachings, jyot pargat hundiya fir. That jyot that's within everyone starts shining bright. Why is it that when you get sangat of great Mahapurukhs, Chardikala Gursikhs, when you sit next to them, you can feel the vibrations? ਉਹਨਾਂ ਦੇ ਚਿਹਰੇ ਉੱਤੇ ਵੱਖਰੀ ਨਿਰਾਲੀ ਜੀ ਹੁੰਦੀ ਆ. Their faces are radiant. That's because that jyot pargat ho gaya, that jyot is shining. Because they've taken on the teachings of the Gur Sakhi. Maharaj kende jyot is bhava so aarti hoye. That whatever pleases you, Maharaj, that is the true worship. Oh thodi asal aarti ya, whatever pleases you. Har charn kamal makarand lobit mano anadno mohi ahi pyasa. Maharaj kende that my soul, jo meri atma ya, is enticed by the honey sweet lotus charn of yours. And Maharaj kende anadno mohe ahi pyasa. So beautiful. Maharaj was saying that night and day I thirst for him. Din raat main Maharaj thode bare sochda ha. How often do we think of Maharaj? Again, this is something to take away, right? Sochan wali gal, ask yourselves, how much do Maharaj kehte the din raat Vaheguru bare sochna.
ਅਸੀਂ ਕਿੰਨਾ ਸੋਚਦੇ ਹਾਂ ਮਹਾਰਾਜ ਬਾਰੇ throughout the day of your 24 hours of your day how long do we spend where we remember Vaheguru? That could be in the form of doing Simran, that could be in the form of reading Bani, doing Mool Mantra, listening to Kirtan while you're in the car, listening to Kirtan or doing Simran, coming to the Gurdwara. Maharaj have made such an amazing path for us, such an easy path for us. But if you want to take something away from today's Friday night Sikhi, is this. Think about how often do you spend throughout the day remembering Vaheguru. When Guru Nanak Dev Ji Maharaj here are saying, Din Raat, asi thonu chete karde hain. I thirst for them. Pyas lagi hui hai. Maharaj then end this Bani with, Kripa jal deh nanak sarang ko, hoye jate tere naam vasa. Ki that thirsty sarang, papiha is a bird, thirsty songbird, Maharaj blesses with that kripa jal, that with the water of your mercy, that you come and dwell within my mind, that you come into my mind. Maharaj kende, hey Vidwan, no, this is the type of aarti we should be doing while controlling your mind, while controlling your man. Mananu control karna hai asi, because your mind will travel at 100 miles per hour, left, right, center. It's designed that way, it's supposed to, but it's down to you to control your mind. It's going to get distracted. Hearing the bachan of Tan Guru Nanak Dev Ji Maharaj, jinne bhi vidwan si uthe, all the pandit nihal ho jande, they become peaceful. But why wouldn't you? When the true Guru, the perfect Guru is speaking, why did they get that peace? And why don't we, when we listen to Bani, why don't we get that peace? Sade man vich shanti okate nahi aunਦੀ jo ਉਹਨਾਂ ਦੇ ਮਨ ਵਿੱਚ ਸ਼ਾਂਤੀ ਆਈ ਫਿਰ. The simple answer is that we aren't listening to it. ਅਸੀਂ ਸੁਣਦੇ ਨਹੀਂ ਹੈਗੇ ਬਾਣੀ ਨੂੰ. We get so distracted. A person like me who's doing part but will still be on the phone or is thinking about other dunyavi things, worldly things. ਕਿ ਕੰਮ ਹੁਣ ਕਰਨਾ ਆ, ਕੰਮ ਇੰਨੇ ਘੰਟੇ ਕਰਾਂਗੇ, ਇੰਨੇ ਪੈਸੇ ਬਣਨਗੇ. ਨਿਆਣਿਆਂ ਦਾ ਨਿਆਣੇ ਟੈਨਸ਼ਨ, ਸਕੂਲ ਦੀ ਟੈਨਸ਼ਨ, ਕੰਮ ਦਾ, family matters, all that, everything, so many distractions in life, and then we forget to actually listen to what truly matters. And Maharaj ne ki kiya? Maharaj has given us such a simple path, such a simple thing to do. Suniya maniya man rakhiye pao. Maharaj has said that just listen, just contemplate on it, and just have prem within your mind. Them three things, that's all we have to do. Ki sun ke, man vich prem rakh ke, live your life. But that's why Guru Sahib Ji have done rahmat on us, and they've blessed us with Amrit Vela, where there are no distractions. If you can get up on Amrit Vela in the early hours of the morning, when there are no distractions, that Amrit Vela Maharaj ne banaya, that Vela jira swer da hunda ya, us vele there's no distractions. You can focus on Simran, because in that moment, even if you focus for 20 seconds compared to if you wake up late and you got that 20-second oda fall is jada, then you getting distracted and not doing it properly. But then Guru Sahib Ji have done even more kirpa on us. We haven't got any excuses. Maharaj ne hor bhi kirpa kiti hui hai sade te, when they've blessed it with Baniya like Sukhmani Sahib. When Gursikh asked Maharaj ki Maharaj Gristi Jeevan vich on a worldly level, we live in this world, we have to work, kamai karni pendi hai, sara ko karna penda, we don't get time to listen to Bani or do Bani. Maharaj kirpa karo sade te. Guru Arjan Dev Ji Maharaj blessed them with Sukhmani Sahib, where you get the blessing for the whole 24 hours of the day if you do one Sukhmani Sahib part. Maharaj go even a step further. The Gursikhs did benti to Guru Har Gobind Ji Maharaj. Maharaj ne bhi benti ki ki Maharaj sama nahi milda Bani paran da grishti jeevan, we're living in a household looking after our family, kids. It's hard. Maharaj kende Shabd Hazare fir pad lo. Whenever you read Shabd Hazare, you'll get the fall of doing 1,000 Shabds. Continuing on, the Vidwans of Jagannath Puri, after they hear this Aarti from Guru Nanak Dev Ji Maharaj,
they all bow to our perfect Guru Sahib Ji, Tan Guru Nanak Dev Ji Maharaj. They all say that Guru Nanak Dev Ji Maharaj are Puran, they're perfect Mahapurkh. Guru Nanak Dev Ji Maharaj are perfect. And everything they have said is true. Guru Sahib Ji stay here for 2 days. Ithe 2 din lai rukde ne. And after 2 days, in the morning, they leave this place after saving everyone from the pakhand that they were doing. Rituals. Then Guru Nanak Dev Ji Maharaj reached the sea after walking for a while. If you go on Google Maps, I did this when I was listening to the Katha out of curiosity. I typed in Jagannath Puri and the mandir comes up. You can see bird's eye view. And I just zoomed out a little bit and then you could see the sea as well. So it makes sense. So Maharaj reached the sea. Jithe samundar de kinare jaake beh jande on the banks of the sea. The waves are big, they're going up and down. Guru Sahib Ji sat down on the banks and then Bhai Mardana Ji then starts singing in the evening while playing the rubab. Can you imagine that scene? While the sun's setting. That would have been such a beautiful scene. Guru Nanak Dev Ji Maharaj, Bhai Bala Ji, Bhai Mardana Ji are playing the rubab while singing in their beautiful voice. Uchi uchi gaundeya while the sun's setting. The Raja of this area, Jagannath, meets Guru Sahib Ji. He hears of Guru Sahib Ji and he comes to meet Guru Nanak Dev Ji Maharaj. And he also accepts that Sikhi is the true path. The Raja did a benti to Maharaj saying, Ki Maharaj, the water of this area is very bitter. Bahut khara hai pani ithe da, kirpa karo. Guru Sahib Ji then said, dig a certain area. Utthe fir Maharaj ne bauli banwai. They got a bauli, made a well, and then the water became very sweet. You can still go there now. Utthe aje vi utthe ja sakde ha. Utthe jehda pani Maharaj ne utthe pragat kita, the water very sweet, bahut mitha pani hai. Guru Sahib Ji did many kautak, performed many miracles. So Bhai Mardana Ji are singing loudly while playing the rubab. Near the sea, dur kete utthe nigah vich, in the distance there's a dead body nearby. Utthe ek laash paiya. And from the jungle nearby, a wolf comes out. Bagyar ek aunda hai bar jungle chon. He comes out to come and eat that dead body. The wolf was very hungry. Bahut bhukh lagi hui hai. He smelled the hands and feet of the dead body, getting ready to eat it. But when the wolf heard the kirtan by Bhai Mardana Ji, he heard the kirtan and stopped and didn't eat the dead body. It sat down and listened to all of the kirtan, then turned back into the jungle. Sanghi, if you think these things happened back then, if you read the Jeevani of Baba Nand Singh Ji, Nanak Sar Wale, Kalera Wale, Baba Nand Singh Ji used to be in the jungle when they used to do kirtan. All the animals used to come and sit around Baba Nand Singh Ji to listen to the kirtan happening. The wolf turns back into the jungle. After a while passes, sama nang janda hai, it comes out again and smells the body again, but went back into the jungle again. Bhai Mardana Ji asked Guru Sahib Ji, Ki Maharaj, why didn't the wolf eat the body? It smells it and it goes back into the jungle. Or jungle vich mud ke fer chal janda hai. Maharaj, aap ji ta antarjami ho. Maharaj, you're all knowing. Tell us, why did the wolf do this? Why did the wolf not eat the body? Sangaji, to find out, we're going to have to wait till next week. Agle hafte pata laguga ki bagyar jira siga the wolf o jira lash sigi onu khanda kate nahi hega. So samafti katha de ithi karde ha. If I made any mistakes, Sangaji, please forgive me. I'm just learning like everyone else is learning. We'll continue that next week. Next week it will be at the Gypsy Lane Gurdwara, upstairs. So please, beintiya to everyone to come and take laha, because we won't get this opportunity. This is going to last years and years. Although it does get recorded on YouTube and everything, and it gets put up there. But please, sitting in Sangat is different. Vakrai hunda ya fir. Anand. So we leave that there.
Like I mentioned at the beginning, मैं पहला भी कहा सीगा कि सवाल एक आया सीगा. I just want to run that question by with everyone and hopefully give an answer to it as well. Like I said, whether that person here is here or not, I'm not sure, because it's anonymous when they send the question in. But the reason why I wanted to share this question with everyone is because of what's happening recently, with recent events, with our girls, our boys getting targeted. बच्चों ਨੂੰ टारगेट ਕਰਦੇ ਆ ਜਿਹੜੇ ਮੁਸਲਮਾਨ ਆ. Very serious matter. How is it happening? I'll share one thing with everyone, how serious it is. And yes, the background of these people, majority are from broken homes, majority, but some aren't. And they do get targeted, they're vulnerable. There's a case of this one Singh, I say a Singh, because he had taken Amrit, wearing a bana, dastar banni hui. He wants to convert into Islam now. That's how serious it is. And the sad thing is this, that recently we just found out that he cut his case. How is it that they're targeting, how are they brainwashing our children? It's because we're not planting them seeds in our kids. No matter what age, even if they're teenagers, we still try. When we share these inspiring sakhiyan, how will they waver? Read Bani around your children, do Simran around your children, and Maharaj rakhya aap hi karnage fir. Maharaj will protect them. It's so needed. The question might seem simple, but someone asked that is it okay for a Sikh to say salam to greet a Muslim, or to reply to Muslim brothers salam or inshallah, mashallah and such words? Why is this person asking this question? Now it could be a genuine curiosity question. I'm not saying it's not. It could be. There's a chance that it is. Someone just asking out of curiosity. कि मन विच एक हैगी आ शंका तां पुछ लिया कि इहो ਜਿਹੇ लफ्ज़ ਅਸੀਂ ਵਰਤ ਸਕਦੇ ਹਾਂ, ਅਸੀਂ ਸਲਾਮ ਕਹਿ ਸਕਦੇ ਹਾਂ ਮੁਸਲਮਾਨਾਂ ਨੂੰ ਜਦੋਂ ਸਾਨੂੰ ਸਲਾਮ ਕਹਿੰਦੇ ਆ. ਸਾਡੇ ਮੁਸਲਮਾਨ ਭਰਾ ਜੋ that's the words that you're using, ਉਹਨਾਂ ਨੂੰ ਜਦੋਂ ਉਹ ਕੁਝ ਵਧੀਆ ਕਰਦੇ ਅਸੀਂ ਮਾਸ਼ਾਅੱਲਾ ਇਨਸ਼ਾਅੱਲਾ ਕਹਿ ਸਕਦੇ ਹਾਂ ਨਾਲ ਜਦੋਂ ਕਹਿੰਦੇ ਆ. The way to answer this is this. Would them Muslim brothers, I do the air quotes, would them Muslim brothers ever say Fateh? Or kade Fateh kehnge? Or would they ever say Guru Sahib di kirpa de naal, if you're saying inshallah, mashallah? Would they ever say such words? Never. Never would they say that. Because they've been taught that. So why is it that we're even considering saying it? And this is to the children especially. If any, not just to the children actually, ਸਿਆਣਿਆਂ ਨੂੰ ਵੀ ਇਹ ਹੈਗਾ ਆ ਗੱਲ, ਇਹ ਹੈਗੀ ਆ ਗੱਲ ਇੱਕ ਕਿ ਜੇ ਕੋਈ ਵੀ ਮੁਸਲਮਾਨ, if ever anyone ever says to you, or ਜਦੋਂ ਆਪ ਦੀ ਸਲਾਮ ਕਹਿੰਦੇ ਆ, because ਉਹ ਤਾਂ they're not scared. They say it without fear. ਕਿਸੇ ਨੂੰ ਵੀ, they'll say it to everyone, ਉਹ ਆਪ ਦੀ ਸਲਾਮ ਕਹਿਣਗੇ. I've experienced it myself. When we were in college, this is back then when we were in college, this Muslim came into the room and said his salam to everyone, came up to me and another Singh, we had a dastaran baniya huiyan, and he said, Salam alaikum. For a second we got shocked. Even for a second we thought, what do we say back? And then we thought, nah, we have to say Fateh back now. And then we said, Vaheguru Ji Ka Khalsa, Vaheguru Ji Ki Fateh. Then he asked, what was that? Then we said, just like yours, we've got our own as a greeting as well. But you say Fateh back. Don't be scared. If they're not scared, why should we be scared for? But using these such words
it plays on your subconscious mind, that you start accepting that, yeah, this is how we should be talking, this is how you say certain things, and then you're going to start saying it without knowing. So it's very scary, you have to be very careful. Very scary these things are. You have to be very careful. So no, Sikhs shouldn't say that, such words. They shouldn't say that. If they're using their words, then you use your words. It's all about words, isn't it? Shabd, which are very important. What you say. I'm using words, that's why you're all listening. So words do matter. Bahut jaruri hai. But whoever has asked this question, if they are here, then please come and talk to us. Because I would like to know why they've asked this question. If you want to send a message to remain anonymous, you could just send it to us, send it to me, send it to one of the Sevadars of Friday Night Sikhi. Just because it's very important to talk if something's going on in your mind and you're worried about something. But Sangji, I just thought I'd share that with everyone. I felt like I needed to. Thank you so much for listening. बहुत धन्यवाद सारिਆਂ ਦਾ जो बहुत ध्यान ਦੇ ਨਾਲ ਸੁਣਿਆ. महाराज इसी तरह किरपा रखण. जे कोई भी गलती होगी माफ़ करना. बेनतियां हुन to the children, Sahib Deep Singh, all the kids to come onto stage and to do Simran for around about 5-10 minutes. They'll do Simran with all the Sangat. And I just want to share one bhajan quickly before the Simran starts. When listening to Simran or doing Simran, Baba Nand Singh Ji again used to say that when you do Simran on your own, ਜਦੋਂ ਬੰਦਾ ਕੱਲਾ ਬਹਿ ਕੇ ਸਿਮਰਨ ਕਰਦਾ ਐਦਾਂ ਸਮਝੋ ਕਿ ਇੱਕ ਤੁਬਕਾ ਪੈ ਰਿਹਾ ਤੁਹਾਡੇ ਸਿਰ ਤੇ ਕਿਰਪਾ ਦੀ. Maharaj is blessing you with one drop of blessings on your head. But when you sit in Sangat form and do Simran, it's a shower of blessings. It's proper rainfall of blessings on us. So everyone join in Simran, and then you get more Nand. And ultimately, we want Khushiyan of Maharaj. We want to take Maharaj's Khushiyan back. And Maharaj would only get Khush with us if we do Simran in our lives. So, Sangat ji, ਇੱਥੇ ਸਮਾਪਤੀ ਕਰਦੇ ਹਾਂ. Again, if I made any mistakes, please forgive me. ਫਤਿਹ ਬੁਲਾਓ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. सतनाम श्री वाहिगुरु साहिब जी. 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 सतनाम श्री वाहिगुरु
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਵਾਹਿਗੁਰੂ ਜੀ ਕਾ ਖਾਲਸਾ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕੋ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿ ਸੇਤੀ ਮਰ ਵਜਿਆ ਬਾਧਾਈਆਂ ਰਾਗ ਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਉਤਾ ਗਾਵੋ ਹਰੇ ਕੇਰਾ ਮਨ ਜਨੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੂ ਹਰਨਾਲੇ ਹਰਨਾਰੂ ਤੂੰ ਮਨ ਮੇਰੇ ਦੂਸਾ ਵਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰਾ ਸੁਆਮੀ ਸੋ ਕੋ ਮਨੋ ਬਸਾਰੇ ਕਹ ਨਾਨਕ ਮਨ ਮੇਰੇ ਸਦਾ ਰੋ ਹਰਨਾਲੇ ਸਾਚੇ ਸਾਹਿਬਾਂ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੁਝ ਹੈ ਜੇ ਦੇ ਸੋ ਪਾਵੈ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੈ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਨ ਭੁਖਾ ਸਭ ਗਵਾਇਆ ਕਰ ਸਾਸਕ ਮਨ ਵਸਿਆ ਜਨ ਸ਼ਾ ਸਭ ਪੂਜਾਇਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਜੇ ਦੀਆਂ ਬੜਿਆਈਆਂ ਕਹ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੁੰਸਤ ਕਰ ਸੁਭਾਗੇ ਸਦਵਾਜੇ ਕਲਾ ਜਿਤ ਕਰ ਧਾਰੀਆਂ ਪੰਜਦੂ ਤਦਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾ ਤੋ ਜਨ ਕੋ ਸੇ ਨਾਮ ਹਰ ਕੇ ਲਾਗੇ ਕਹੈ ਨਾਨਕ ਤੈਸ ਕੋ ਹੋਆ ਤਿਤ ਗਾਰ ਅਨ ਹਦ ਵਾਜੇ ਆਨੰਦ ਸੁਨੋ ਵਡ ਭਾਗੀ
ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਬਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਦੇ ਭਵਤ ਸਤਿਗੁਰਿਆ ਭਰਪੂਰੇ। ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ। ਸੁਣਤੇ ਪਨੀਤ ਕਹਦੇ ਭਵਤ ਸਤਿਗੁਰਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ। ਸਲੋ ਪਵਨ ਗੁਰੂ ਪਾਣੀ ਬਿਦਾ ਮਾਤਾ ਤਰਤ ਮਹਾਤ। ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ। ਜਿਨੀ ਨਾਮ ਧਿਆਇ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੈ ਕੀਤੀ ਛੁਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੈ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ। ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਪਾਰਿਕ ਤੇਰੇ। ਤੁਮਰੇ ਕੇ ਰੂਪਾ ਮੈਂ ਸੂ ਕਨੇਰੇ। ਜੇ ਕੋਏ ਨ ਜਾਣੇ ਤੁਮਰਾ ਅੰਤ। ਊਚੇ ਸੇ ਊਚਾ ਭਗਵੰਤ। ਸਗਲ ਸਮਗਰੇ ਤੁਮਰੇ ਸੂਤਰਤਾ। ਹੋਏ ਸੋ ਆਗਿਆਕਾਰ। ਜੇ ਤੁਮਰੀ ਗਤ ਮਿਤ ਤੁਮ ਹੀ ਜਾਣੀ। ਨਾਨਕ ਦਾਸ ਸਦਾ ਕੁਰਬਾਨੀ। ਜੇ ਤੁਧ ਆਗੇ ਅਰਦਾਸ ਹਮਾਰੀ। ਜਿਉ ਪਿੰਡ ਸਭ ਤੇਰਾ ਵਾਹਿ। ਜੇ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਉ ਨਾ ਜਾਣੇ ਮੇਰਾ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਰਾਸ। ਤਾਂ ਕੋ ਬਿਗਨ ਕੂ ਲਾਗੈ ਜਾਂ ਕੀ ਪ੍ਰਭ ਆਗੇ ਅਰਦਾਸ। ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸਿਰ ਭਗਉਤੀ ਪਾਤਸ਼ਾਹ ਦਸਵੇਂ। ਪ੍ਰਥਮ ਭਗਉਤੀ ਸਿਮਰ ਕਾਏ ਗੁਰੂ ਨਾਨਕ ਲਈ ਧਿਆਏ। ਫਿਰ ਅੰਗਤੇ ਗੁਰੂ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰਗੋਬਿੰਦ ਰੋ ਸਿਮਰੂ ਸਿਹਾਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰਨ ਨੌ ਨਿਧ ਆਵੈ ਤਾਜ। ਸਭਤੀ ਸਹਾਜ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਚਿੱਟੀਆਂ ਬਾਜ ਮਲ ਸ਼ਮਸ਼ੇਰੇ ਪਿਤਾ ਦੋ ਜਹਾਨ ਕੇ ਮਾਲਕ। ਅੰਮ੍ਰਿਤ ਕੇ ਦਾਤੇ ਸਭਤੀ ਸਹਾਜ ਦਸਵੇਂ ਪਾਤਸ਼ਾਹ ਸਰੂਪ ਹਾਜ਼ਰਾ ਹਜੂਰ। ਸਰਬ ਕਲਾ ਭਰਪੂਰ ਪਤਤ ਪਾਵਨ ਜੋਤੀ ਸ਼ਬਰੂਪ ਗਾਦੀ ਤੇ ਬਰਾਜਮਾਨ ਧੌਂਸੀ ਦੇ ਪਾਠ ਦਲਾਰ ਦਾ ਧਿਆਨ ਤਰਖਾਸਾ ਸਾਹਿਬ ਬੋਲਾ ਜੀ। ਵਾਹਿਗੁਰੂ ਗੁਰੂ ਸਾਹਿਬ ਦੇ ਸਾਜੇ ਪੰਜ ਪਿਆਰੇ। ਚਾਰ ਸਾਹਿਬਜ਼ਾਦੇ 40 ਮੁਕਤੇ ਬੇਅੰਤ ਸ਼ਹੀਦ ਹੱਟੀਆਂ। ਜਪੀਆਂ ਤਪੀਆਂ ਸ਼ਹੀਦਾਂ ਮਰੀਦਾਂ। ਜੰਤਰ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ। ਤੇਗ ਵਾਹੀ ਦੇ ਕੇ ਡਟ ਕੀਤਾ ਧਰਮ ਨਹੀਂ ਹਾਰਿਆ। ਤਿਨਾ ਪਿਆਰਿਆਂ ਸਜਾਰਿਆਂ ਮਹਾਂਪੁਰਸ਼ਾਂ ਦੀ ਪੁੱਤਰ ਕਮਾਈ ਦਾ ਧਿਆਨ ਤਰਖਾਸਾ ਸਾਹਿਬ ਬੋਲਾ ਜੀ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਬੰਦ ਬੰਦ ਕਟਵਾਏ। ਚਰਖੜੀਆਂ ਚੜੇ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਿਆ ਰਨ ਚੀਰੇ ਗਏ। ਆਪਣੇ ਬੱਚਿਆਂ ਦੇ ਟੂਟੇ ਝੋਲੀਆਂ ਵਿੱਚ ਪਾਏ ਨੇ। ਜੰਡ ਗਾਏ ਕੀਮਾ ਕੀਮਾ ਕੀਤੇ ਗਮੀਰ ਮਨੂ ਜਲੰਧਰ ਸਵਾ ਸਵਾ ਮਾਨਦੇ ਪੀਸਣਾ ਪੀਸੇ। ਖਾਣੇ ਖਾਣੇ ਪ੍ਰਸ਼ਾਦੀ ਦੇ ਗੁਜ਼ਾਰਾ ਕੀਤਾ। ਧਰਮ ਨਹੀਂ ਹਾਰਿਆ ਸਿੱਖੀ ਸਿੱਖ ਕੇਸਾਂ ਸੁਆਸਾ ਸਨਵਾਈ। ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਤਿਨਾ ਪਿਆਰਿਆਂ ਸਚਿਆਰਿਆਂ ਮਹਾਂਪੁਰਸ਼ਾਂ ਦੀ ਪੁੱਤਰ ਕਮਾਈ ਦਾ ਧਿਆਨ ਤਰਖਾਸਾ ਸਾਹਿਬ ਬੋਲਾ ਜੀ। ਗੁਰਦੁਆਰਾ ਦੇ ਸ੍ਰੀ ਅੰਮ੍ਰਿਤਸਰ ਤੋਂ ਲੈ ਕੇ ਪੰਜਾਂ ਤਖਤਾਂ ਬੇਅੰਤ ਗੁਰਦੁਆਰਾ ਗੁਰਧਾਮਾਂ ਦੀ ਕਮਾਈ ਦਾ ਧਿਆਨ ਤਰਖਾਸਾ ਸਾਹਿਬ ਬੋਲਾ ਜੀ। ਪ੍ਰਥਮ ਮੈਂ ਸਰਬਤ ਸੰਗਤ ਕੀ ਅਰਦਾਸ। ਸਰਬਤ ਸੰਗਤ ਕੋ ਵਾਹਿਗੁਰੂ 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 ਵਾਹਿਗੁਰੂ। ਚਿੱਤਾ ਵੈ ਚਿਤਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਾਂ ਖਾਸਾ ਸਹਿਬ ਤਹਾਂ ਤਹਾਂ ਰਸ਼ਾ। ਰਹਿ ਰੇਗ ਤੇ ਫਤਿਹ ਵਰਤ ਕੀ ਪੈ ਪੰਛੀ ਸਾਜ। ਸਿੱਖਾਂ ਨੂੰ ਸਿੱਖੀ ਦਾਨ ਰਹਿਦਾਨ ਵਿਵੇਕ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਦੇ ਇਸ਼ਨਾਨ
ਚੌਂਕੀਆਂ ਝੰਡੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰਾ ਖਾਲਸਾ ਸਾਹਿਬ ਬੋਨਾ ਜੀ। ਸਿੱਖਾਂ ਦਾ ਮਾਨੀਵਾ ਮਤ ਉੱਚੇ ਮਤ ਪਤ ਕਰਾ ਖਾਪ, ਅਕਾਲ ਪੁਰਖ ਪੰਦੀ ਸਦਾ ਸਹਾਈ ਦਿੱਤਾਰ ਜੀ ਉਸ ਨਨਕਾਣਾ ਸਾਹਿਬ। ਹੋਰ ਗੁਰਦੁਆਰਾ ਗੁਰਤੀਰਥਾਂ ਜਿਹੜਾ ਤੋਂ ਪੰਥ ਨੂੰ ਵਿਛੋੜਿਆ ਗਿਆ, ਇਹਨਾਂ ਦੀ ਸੇਵਾ ਸੰਭਾਲ ਦੀ ਪੰਥ ਨੂੰ ਦਾਨ ਬਖਸ਼ੋ, ਖੋਲੇ ਦਰਸ਼ਨ ਦਿਓ ਹੇ ਨਿਮਾਣਿਆਂ ਦੇ ਮਾਨ ਗੁਰੂ। ਨਤਾਣਿਆਂ ਤਾਂ ਨਿਊਟਿਆਂ ਦੀ ਊਟ, ਨਿਗਤਿਆਂ ਗਾਤ ਨਿਪਤਿਆਂ ਪਾਤਸ਼ਾਹ ਮਹਾਰਾਜ ਜੀ। ਆਪ ਨੇ ਸੁਭਾਗਾ ਸਮਾਂ ਬਖਸ਼ਿਆ, ਆਪ ਜੀ ਨੇ ਅੰਮ੍ਰਿਤ ਵੇਲਾ ਤਖਤੇ ਸਜ ਕੇ ਦਰਸ਼ਨ ਦੇ ਕੇ ਸੰਗਤਾਂ ਨੂੰ ਨਦਰੇ ਨਦਰ ਨਿਹਾਲ ਕੀਤਾ। ਦਾਤਾ ਜੀ ਇਸ ਟਾਈਮ ਸ਼ਾਮਾਂ ਦੇ ਦੀਵਾਨ ਸਜਿਆਂ ਨੇ ਸਜਿਆ ਦੀਵਾਨਾਂ ਦੇ ਵਿੱਚ ਸੱਚੇ ਪਾਤਸ਼ਾਹ ਸੋਦਰ ਕੀ ਅਰਦਾਸ ਹੋਈ ਸੱਚੇ ਪਾਤਸ਼ਾਹ ਜੀ। ਉਸ ਤੋਂ ਉਪਰੰਤ ਕੀਰਤਨ ਕਥਾ ਵਿਚਾਰਾਂ ਹੋਈਆਂ ਸੱਚੇ ਪਾਤਸ਼ਾਹ ਜੋ ਗੁਰਬਾਣੀ ਪੜ੍ਹਦੇ ਆ, ਸੇਵਾ ਕਰਦੇ ਆ, ਬੇਅੰਤਰ ਅਵਗੈਰਾਂ ਦੇ ਬੱਚੇ ਜਾਣ ਕੇ ਮਾਫ ਕਰਨਾ ਗੁਆ ਸੁਖਨਾ ਸੋ ਸੇਵਾ ਕਰਨ ਦਾ ਵਾਸਨਾ। ਸਾਡੀ ਪੜੀ ਸੁਣੀ ਬਾਣੀ ਸੱਚਖੰਡ ਦਰਗਾਹ ਪਾਣ ਕਰਨੀ, ਇਸ ਬਾਣੀ ਦੇ ਉੱਚ ਭਾਵ ਸਾਡੀ ਸਾਧ ਸੰਗਤ ਦੇ ਹਿਰਦੇ ਪ੍ਰਵੇਸ਼ ਕਰਨਾ। ਸਾਧ ਸੰਗਤ ਨੂੰ ਨਾਮ ਦਾਨ, ਸਿੱਖੀ ਦਾਨ, ਭਰੋਸਾ ਦਾਨ ਬਖਸ਼ਣਾ, ਚੜ੍ਹਦੀ ਕਲਾ ਬਖਸ਼ਣੀ। ਬੱਚਿਆਂ ਤੇ ਪਰਿਵਾਰਾਂ ਤੇ ਮਿਹਰ ਪਰ ਤੱਕਣਾ, ਦੁੱਖਾਂ ਨਾਸ ਕਰਨਾ, ਗੁਰਮਤਿ ਦਾ ਪ੍ਰਕਾਸ਼ ਕਰਨਾ, ਹਰ ਮੈਦਾਨ ਫਤਿਹ ਕਰਨੀ। ਦਾਤਾ ਜੀ ਆਪ ਦੀ ਕਿਰਪਾ ਨਾਲ ਚਾਰ ਪੈਰ ਰਹਿੰਦੇ ਦਿਨ ਦੇ ਬਤੀਤ ਹੋਇਆ। ਦਾਤਾ ਜੀ ਚਾਰ ਪੈਰ ਆਪਣੀ ਭਾਣੇ ਸੁੱਖ ਨਦ ਬਤੀਤ ਕਰਨਾ। ਆਈ ਸਾਧ ਸੰਗਤ ਦੀ ਯਾਤਰਾ ਸਫਲ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਸਭ ਦੀਆਂ ਮਨੋ ਕਾਮਨਾ ਪੂਰਨ ਕਰਨੀਆਂ। ਦਾਤਾ ਜੀ ਇਸ ਟਾਈਮ ਆਨੰਦ ਸਾਹਿਬ ਜੀ ਕੀ ਅਰਦਾਸ ਕਰੀ, ਪਾਕਸਾਲ ਸੋਚ ਪਵਿੱਤਰਾ ਹੋਣ ਲਾਵੋ, ਭੋਗਰਾ ਕੜਾ ਪ੍ਰਸ਼ਾਦੀ ਦੇਖ ਚਾਰਾ ਰਸ਼ਨੀ ਲੈ ਕੇ ਹੋਵੇ ਜੋ ਜੋ ਛਕਿਆ ਆਪਦਾ ਸਤਨਾਮ ਵਾਹਿਗੁਰੂ ਦਾ ਨਾਮ ਜਪੇ। ਦਾਤਾ ਜੀ ਇਸ ਟਾਈਮ ਆਪਣਾ ਪਿਤਰ ਗੁਰੂ ਬਖਸ਼ ਕੇ ਸੰਗਤਾਂ ਨੂੰ ਨਦਰੀ ਨਦਰ ਨਿਹਾ ਨਾਲ ਕਰੋ ਸੁਖ ਹੋਵੇ, ਨਾਮ ਚਿਤ ਆਵੇ ਅੜੀ ਸੋ ਝੜੇ, ਸ਼ਰਨ ਪਰੇ ਸੋ ਤਰੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਾ ਜੀਆਂ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਏ ਅਕਾਲ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿ। ਗੁਰੂ ਗ੍ਰੰਥ ਕੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪਰ ਕੋ ਮਿਲ ਬੋਚ ਹੈ ਖੂ ਸ਼ਬਦ ਮੈਲੀ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋ, ਖੁਆਰ ਹੋਏ ਸਾ ਮਿਲੇਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ, ਜੋ ਸ਼ਰਧਾ ਕਰ ਸੇਮ ਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਬਾਰੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੇ ਮੇਰੀ। ਸੋ ਕੋ ਢਲ ਗੁਰ ਸੇਵਿਐ, ਯਹਨਸ ਸਹਿਜ ਸੁਭਾਇ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੇ ਮਹਲਾ ਪੰਜਵਾ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਤਾਰਨ ਤਾਰਨ ਹਰ ਨਿਦ, ਦੁਖ ਨਾ ਸਕੈ ਬਿਆਪ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਤਾਰਨ ਤਾਰਨ ਹਰ ਨਿਦ, ਦੁਖ ਨਾ ਸਕੈ ਬਿਆਪ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੁਝੈ।
ਇਹ ਜਤਨ ਕਾਟ ਕਲ ਕਾਲ ਰਹਾਉ। ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ। ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ। ਵੇਦ ਸਿਮਰਤ ਕਥਾ ਸਾਸਤ ਭਗਤ ਕਰੈ ਵਿਚਾਰ। ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ। ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੇ ਏਕ। ਤਾਣ ਮਾਣ ਦੀਵਾਨ ਸਾਚਾ ਨਾਨਕ ਕੇ ਪ੍ਰਭ ਟੇਕ। ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੇ ਏਕ। ਤਾਣ ਮਾਣ ਦੀਵਾਨ ਸਾਚਾ ਨਾਨਕ ਕੇ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।